ਤਾਂ ਸ਼ਾਇਦ ਮਿਹਨਤ ਜ਼ਿਆਦਾ ਹੋ ਜਾਣੀ ਹੈ, ਬਹੁਤ ਜ਼ਿਆਦਾ ਹੋ ਜਾਣੀ ਹੈ। ਤੇ ਦੂਜੀ ਗੱਲ ਇਹ ਹੈ ਵੀ ਆਪਾਂ ਨੂੰ ਖਰਚਾ ਵੀ ਵੱਧ ਜਾਣਾ ਹੈਗਾ। ਜਿਹਦੇ ਕੋਲ ਹੈਗੀਆਂ ਨੇ ਬਹੁਤ ਵਧੀਆ ਗੱਲ ਆ, ਮੱਝਾਂ ਵੀ ਹੈਗਾ ਬਹੁਤ ਵਧੀਆ, ਜਿਹਦੇ ਕੋਲ ਪਾਥੀਆਂ ਨਹੀਂ ਵੀ ਹੈਗੀਆਂ, ਮੈਂ ਇਹ ਵੀ ਦੇਖਿਆ ਬਹੁਤ ਕਾਮਯਾਬ ਬੰਦੇ ਨੇ ਕੁਦਰਤੀ ਖੇਤੀ ਹੈ, ਜੈਵਿਕ ਖੇਤੀ ਦੇ ਵਿੱਚ, ਜਿਨ੍ਹਾਂ ਕੋਲ ਡੇਅਰੀ ਫਾਰਮਿੰਗ ਨਹੀਂ ਹੈਗੀ। ਉਹ ਸਾਰਾ ਕੋਈ ਬਾਜ਼ਾਰੋਂ ਲੈ ਲੈਂਦੇ, ਆਂਢੀ ਗੁਆਂਢੀਆਂ ਤੋਂ ਲੈ ਲੈਂਦੇ ਨੇ। ਇੱਕ ਵਾਰ ਥੋੜਾ ਜਿਹਾ ਸ਼ਰਮ ਜਿਹੀ ਆਉਂਦੀ ਹੈ ਵੀ ਮੈਂ ਹੁਣ ਗੋਹਾ ਇਕੱਠਾ ਕਰੂੰਗਾ ਗੁਆਂਢੀਆਂ ਤੋਂ, ਪਰ ਇਹ ਸ਼ਰਮ ਤਾਂ ਛੱਡਣੀ ਪੈਣੀ। ਮੈਂ ਤਾਂ ਆਪ ਕਹਿੰਦਾ ਜੀ ਖਾਦਾਂ ਨਾਲ ਸਸਤਾ ਪੈਣਾ ਆਪਾਂ ਨੂੰ। ਅਸਰ ਦੇਖਿਓ ਤੁਸੀਂ ਬਹੁਤ ਜ਼ਿਆਦਾ ਪੈਂਦਾ। ਦੂਜੀ ਗੱਲ ਜਿਹੜੀ ਹੁੰਦੀ ਆ ਵੀ ਦੇਸੀ ਗਾਵਾਂ ਦੇ ਵਿੱਚ ਜਿਹੜਾ ਗੋਹਾ ਜਾਂ ਪਿਸ਼ਾਬ ਹੁੰਦਾ, ਕਿਉਂਕਿ ਉਹਨਾਂ ਦਾ ਆਪਾਂ ਕਹਿੰਦੇ ਜੁਗਾਲੀ ਕਰਦੀਆਂ ਨੇ, ਜੁਗਾਲੀ ਨਹੀਂ ਕਰਦੀਆਂ ਹੈਗੀਆਂ, ਉਹਨਾਂ ਦਾ ਥੋੜਾ ਜਿਹਾ ਹੋਰ ਤਰੀਕਾ ਹੁੰਦਾ, ਜ਼ਿਆਦਾ ਹੁੰਦਾ। 1 ਗ੍ਰਾਮ ਜੇ ਗੋਹੇ ਦੇ ਵਿੱਚ ਕਹਿੰਦੇ ਆ ਤਾਂ ਤਕਰੀਬਨ 10 ਗੁਣਾ ਜ਼ਿਆਦਾ ਉਹਦੇ ਵਿੱਚ ਜੀਵਾਣੂ ਹੁੰਦੇ ਨੇ। ਜੇ ਆਪਾਂ 10 ਕਿਲੋ ਗੋਹਾ ਦੇਸੀ ਗਾਵਾਂ ਦਾ ਵਰਤਦੇ ਹੈਗੇ ਆ ਤਾਂ ਦੂਜਾ 1 ਕੁਇੰਟਲ ਵਰਤਣਾ ਪੈਂਦਾ, ਇੰਨਾ ਫਰਕ ਹੁੰਦਾ। ਇਹ ਹੁਣ ਹੌਲੀ ਹੌਲੀ ਯੂਨੀਵਰਸਿਟੀ ਵੀ ਰਿਸਰਚ ਚੱਲ ਰਹੀ ਹੈਗੀ ਆ, ਉਹਦੇ ਵਿੱਚ ਵੀ ਆ ਰਿਹਾ ਹੈਗਾ ਵੀ ਇਹ ਸ਼ਾਇਦ ਗੱਲ। ਪਰ ਗੱਲ ਇਹ ਵੀ ਆਪਾਂ ਇਹ ਦੇਖਣਾ ਵੀ ਆਪਾਂ ਨੂੰ ਮੁਨਾਫਾ ਕਿੱਦਾਂ ਦਾ। ਮੈਂ ਤੁਹਾਨੂੰ ਕਿਹਾ ਵੀ ਸੰਦ ਲੈਣ ਦੀ ਵੀ ਲੋੜ ਨਹੀਂ, ਜੋ ਤੁਹਾਡੇ ਕੋਲ ਹੈਗਾ ਉਹ ਚੀਜ਼ਾਂ ਲਓ, ਕਿਤੋਂ ਲੈ ਲਓ। ਮੱਝਾਂ ਦਾ ਬਹੁਤ ਵਧੀਆ ਹੈਗਾ, ਉਹ ਵਰਤ ਲਓ। ਜੇ ਤੁਹਾਨੂੰ ਲੱਗਦਾ ਹੈਗਾ ਵੀ ਆਪਾਂ ਨੂੰ ਬਹੁਤ ਵਧੀਆ ਦੁੱਧ ਚਾਹੀਦਾ, ਜ਼ਰੂਰ ਦੇਸੀ ਗਾਵਾਂ ਰੱਖੋ, ਪਰ ਜ਼ਰੂਰੀ ਨਹੀਂ ਹੈਗਾ ਵੀ ਆਪਾਂ ਰੱਖਣੀਆਂ ਹੀ ਰੱਖਣੀਆਂ ਨੇ। ਫਿਰ ਆਪਣਾ ਆ ਗਿਆ ਹੈਗਾ ਵੀ ਇਸ ਤੋਂ ਬਾਅਦ ਆਪਾਂ ਕੀ ਕਰੀਦਾ ਹੁੰਦਾ ਵੀ ਆਪਾਂ ਫਸਲ ਵੀ ਬੀਜ ਲਈ, ਉਹਨੂੰ ਸ਼ੁਰੂਆਤ ਦੇ ਵਿੱਚ ਖੁਰਾਕ ਵੀ ਦੇਤੀ। ਹੋਰ ਕੀ ਕਰੀਦਾ ਹੁੰਦਾ, ਇੱਕ ਚੀਜ਼ ਹੋਰ ਕਰਦੇ ਆ ਬਹੁਤ ਜ਼ਰੂਰੀ, ਪਾਣੀ ਪੂਣੀ ਲਾਉਣ ਤੋਂ ਪਹਿਲਾਂ ਹੁਣ ਜੈਵਿਕ ਖੇਤੀ ਦੇ ਵਿੱਚ ਨਦੀਨਨਾਸ਼ਕ ਹੁੰਦਾ। ਜੈਵਿਕ ਖੇਤੀ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਘਾਟ ਹੈਗੀ ਆ ਉਹ ਇਹੀ ਹੈ ਵੀ ਨਦੀਨਾਂ ਦਾ ਕੋਈ ਹੱਲ ਨਹੀਂ। ਸੋ ਨਦੀਨਾਂ ਦੇ ਹੱਲ ਵਾਸਤੇ ਆਪਾਂ ਕੀ ਸੋਚਿਆ ਸੀਗਾ, ਇੱਕ ਤੁਹਾਨੂੰ ਮੈਂ ਦੱਸਿਆ ਹੈਗਾ ਵੀ ਜਿਹੜਾ ਆਪਾਂ ਪੁੰਗਾਰ ਕੇ ਜਾਂ ਗਿੱਲਾ ਕਰਕੇ ਭਿਉਂ ਕੇ ਜਿਹੜਾ ਬੀਜਤਾ, ਉਹਦਾ ਤੁਸੀਂ ਫਰਕ ਦੇਖ ਲਿਆ। ਤੁਸੀਂ ਦੋਨੇ ਇਕੱਠੇ ਲਾ ਲਿਓ, ਇੱਕ ਆਮ ਤਰੀਕੇ ਨਾਲ ਜਿਵੇਂ ਤੁਸੀਂ ਕਰਨਗੇ ਬਿਜਾਈ ਜਾਂ ਡਰਿੱਲ ਨਾਲ ਜਿਵੇਂ ਕਰ ਲਈ, ਇੱਕ ਇਹ ਭਿਉਂ ਕੇ ਕਰ ਲਿਓ। ਤੁਹਾਡਾ ਘੱਟੋ ਘੱਟ 4 ਜਾਂ 5 ਦਿਨ ਦਾ ਫਰਕ ਪੈਣਾ ਬੂਟੇ ਦੀ ਗਰੋਥ ਦੇ ਵਿੱਚ। ਜਿਹੜਾ ਗਿੱਲਾ ਕੀਤਾ ਉਹ ਐਡੀ ਛੇਤੀ ਵਧੂਗਾ। ਦੂਜੀ ਗੱਲ ਜਿਹੜੀ ਆਪਾਂ ਆਹ ਖੁਰਾਕ ਦੇਤੀ, ਇਹਦੇ ਨਾਲ ਹੋਰ ਜ਼ਿਆਦਾ ਵਾਧਾ ਹੋ ਜਾਣਾ। ਸੋ ਇਹ ਦੋ ਚੀਜ਼ਾਂ ਨਾਲ ਕੀ ਹੋਣਾ ਹੈਗਾ ਵੀ ਉਹਦਾ ਵਾਧਾ ਹੀ ਐਡੀ ਛੇਤੀ ਹੋਣਾ ਵਾ ਨਦੀਨ ਨੂੰ। ਉਸ ਦੇ ਬਾਵਜੂਦ ਵੀ ਤੀਜੀ ਗੱਲ, ਆਪਾਂ ਪਾਣੀ ਲੇਟ ਲਾਇਆ, ਪਾਣੀ ਵੀ ਲੇਟ ਲਾਵਾਂਗੇ ਤਾਂ ਵੀ ਨਦੀਨ ਨਹੀਂ ਉੱਗਣਾ ਛੇਤੀ। ਸੋ ਇਹ ਸਭ ਚੀਜ਼ਾਂ ਜੋ ਇਕੱਠੀਆਂ ਹੋ ਜਾਂਦੀਆਂ ਹੈਗੀਆਂ ਤਾਂ ਨਦੀਨਾਂ ਦੀ ਬਹੁਤ ਘਟ ਜਾਂਦੀ ਹੈਗੀ, ਉੱਗਣ ਸ਼ਕਤੀ ਬਹੁਤ ਘਟ ਜਾਂਦੀ ਹੈ। ਉੱਗਦੇ ਵੀ ਨੇ ਤਾਂ ਮਾੜਾ ਮੋਟਾ ਗੁਡਾਈ ਆਪਾਂ ਨੂੰ ਕਰਨੀ ਪੈ ਸਕਦੀ ਹੈਗੀ ਆ। ਉਹ ਹੁਣ ਆਪਾਂ ਦੇਖਣਾ ਹੈਗਾ ਵੀ ਆਪਾਂ ਜੇ ਲਾਈਨਾਂ ਦੇ ਵਿੱਚ ਲਾਇਆ ਹੈ ਤਾਂ ਗੋਡੀ ਥੋੜੀ ਸੌਖੀ ਹੋ ਜਾਂਦੀ ਹੈ। ਛਿੱਟੇ ਵਾਲੇ ਦੇ ਵਿੱਚ ਜਿਹੜਾ ਪੁੰਗਾਰ ਕੇ ਲਾਇਆ ਉਹਦੇ ਵਿੱਚ ਇੰਨੇ ਨਦੀਨ ਹੁੰਦੇ ਹੀ ਨਹੀਂ ਹੈਗੇ, ਉਹ ਆਪਾਂ ਚਲੋ ਉੱਦਾਂ ਵੀ ਚੁੱਕ ਸਕਦੇ ਹਾਂ, ਹੋ ਵੀ ਗਏ ਤਾਂ। ਤੇ ਜੇ ਮਲਚਿੰਗ ਕਰ ਦਿੱਤੀ ਜਾਵੇ ਤਾਂ ਇਹ ਸਾਰੀ ਸਮੱਸਿਆ ਦਾ ਵੈਸੇ ਹੀ ਹੱਲ ਹੋ ਜਾਂਦਾ। ਸੋ ਨਦੀਨਾਂ ਦਾ ਇਹ 3 ਚੀਜ਼ਾਂ ਹੈਗੀਆਂ ਨੇ ਜਿਹੜੀ ਆਪਾਂ ਦੱਸਤੀਆਂ। ਮੈਂ ਸ਼ੁਰੂ ਤੋਂ ਹੀ ਉੱਥੋਂ ਲੱਗਿਆ ਹਾਂ ਵੀ ਆਪਾਂ ਨਦੀਨ ਨਾ ਹੋਣ, ਉੱਗਣ ਨਹੀਂ ਦੇਣਗੇ। ਜੇ ਹੁੰਦੇ ਹੈਗੇ ਤਾਂ ਆਪਾਂ ਕੀ ਹੈ ਜਿਹੜੀ ਮੁੱਖ ਫਸਲ ਹੈਗੀ ਉਹਦਾ ਹੀ ਵਾਧਾ ਇੰਨਾ ਕਰ ਦੇਣਾ ਹੈਗਾ ਵੀ ਨਦੀਨ ਉਹਨੂੰ ਕੁਝ ਕਹਿਣ ਨਾ। ਕਦੀ ਵੀ ਨਦੀਨ ਜਿਹੜਾ ਹੁੰਦਾ, ਜਿਹੜੀ ਮੁੱਖ ਫਸਲ ਦੇ ਪੱਤੇ ਹੁੰਦੇ, ਜੇ ਉਹਦੇ ਉੱਤੋਂ ਆ ਗਿਆ, ਧੁੱਪ ਰੋਕਦੀ, ਫੇਰ ਝਾੜ ਘਟਦਾ। ਜੇ ਥੱਲੇ ਥੱਲੇ ਰਵੇ ਤਾਂ ਕੁਝ ਨਹੀਂ ਹੁੰਦਾ ਇਹਨਾਂ ਦਾ, ਉਹਨੂੰ ਖੁਰਾਕ ਦਿੰਦੇ ਰਹੋ ਹਿਸਾਬ ਨਾਲ, ਨਹੀਂ ਤਾਂ ਫਿਰ ਗੁਡਾਈ ਹੀ ਕਰਨੀ ਪੈਂਦੀ ਹੈ। ਇਹਦੇ ਵਿੱਚ ਕੋਈ ਹੱਲ ਨਹੀਂ ਹੈਗਾ, ਕੋਈ ਹੱਲ ਨਹੀਂ ਹੈਗਾ। ਬਾਹਰਲੇ ਮੁਲਕਾਂ ਦੇ ਵਿੱਚ ਕੁਝ ਨਦੀਨਨਾਸ਼ਕ ਬਣ ਰਹੇ ਨੇ ਜੈਵਿਕ, ਹਾਲੇ ਆਪਣੇ ਮੁਲਕ ਦੇ ਵਿੱਚ ਨਹੀਂ ਆਏ ਹੈਗੇ। ਉੱਥੇ ਕੁਝ ਪੇਟੈਂਟ ਵਗੈਰਾ ਕਰਾ ਰਹੇ ਹੈਗੇ ਨੇ, ਕੁਝ ਆਉਣ ਵਾਲੇ ਸਾਲਾਂ ਸ਼ਾਇਦ ਆ ਜਾਣਗੇ। ਸੋ ਦੇਖਾਂਗੇ ਵੀ ਬਾਜ਼ਾਰੋਂ ਕੁਝ ਲੈਣਾ ਹੈਗਾ ਕਿ ਨਹੀਂ। ਹਾਲੇ ਤੱਕ ਬਾਜ਼ਾਰੋਂ ਸਿਰਫ ਮੈਂ ਤੁਹਾਨੂੰ ਇੱਕ ਚੀਜ਼ ਦੱਸੀ ਹੈ ਖਰੀਦਣ ਨੂੰ, ਹਾਂ ਜਿਹਦੇ ਕੋਲ ਪਾਥੀਆਂ ਨਹੀਂ ਹੈਗੀਆਂ ਪਾਥੀਆਂ ਜ਼ਰੂਰ ਖਰੀਦ ਲਓ, ਬਾਕੀ ਸਿਰਫ ਡਰਮ ਲੈਣਾ ਪਲਾਸਟਿਕ ਦਾ। ਹੋਰ ਕੋਸ਼ਿਸ਼ ਨਾ ਕਰੋ ਵੀ ਬਾਜ਼ਾਰੋਂ ਲੈਣਾ ਕੁਝ। ਦੂਜੀ ਗੱਲ, ਸੀਡ ਦੀ ਸਿਲੈਕਸ਼ਨ ਆਪਾਂ ਸ਼ਾਇਦ ਭੁੱਲ ਗਏ ਸੀ ਕਰਨੀ ਗੱਲ, ਵੀ ਸੀਡ ਆਪਾਂ ਕਿਹੜਾ ਲੈਣਾ ਚਾਹੀਦਾ। ਮੈਂ ਤੁਹਾਨੂੰ ਦੱਸਿਆ ਸੀ ਵੀ ਜਿਹੜਾ ਵਿਕਦਾ ਉਹ ਲਓ, ਕੋਈ ਜ਼ਿਆਦਾ ਭੱਜਣ ਦੀ ਲੋੜ ਨਹੀਂ। ਨਵਾਂ ਵੀ ਆ ਗਿਆ, ਆ ਗਿਆ। ਅਸੀਂ ਯੂਨੀਵਰਸਿਟੀ ਨਾਲ ਵੀ ਜੁੜੇ ਹੋਏ ਹਾਂ, ਮੈਂ ਉੱਥੇ ਵੀ ਦੇਖਦਾ ਹੁੰਦਾ ਵੀ ਜਿਹਨੂੰ ਵੀ ਮੈਨੂੰ ਵੀ ਕਈ ਵਾਰ ਫੋਨ ਆਉਂਦੇ ਨੇ ਵੀ ਤੁਸੀਂ ਉੱਥੇ ਜਾਂਦੇ ਹੋ ਨਵਾਂ ਬੀ ਲੈ ਆਏ ਹੋ। ਮੈਂ ਕਿਹਾ ਯਾਰ ਪੁਰਾਣੇ ਨੂੰ ਕੀ ਹੋ ਗਿਆ, ਅੱਜ ਤੱਕ ਕਿਸੇ ਦਾ ਬੀ ਦਾ ਕੋਈ ਝਾੜ ਨਿਕਲਿਆ? ਕਣਕ ਦੇ ਵਿੱਚ ਹੀ ਲੈ ਲਓ ਤੁਸੀਂ, ਅੱਧਾ ਕੁਇੰਟਲ ਵੱਧ ਦੱਸਿਆ ਹੁੰਦਾ ਏਕੜ ਦਾ, ਨਿਕਲਦਾ ਘੱਟ ਹੀ ਹੁੰਦਾ। ਸੋ ਇਸ ਕਰਕੇ ਨਵੇਂ ਬੀਜ ਜਾਂ ਹੋਰ ਕਿਸੇ ਇੱਕ ਤੋਂ ਦੇਖਾ ਦੇਖੀ ਨਾ ਕਰੋ, ਉਹ ਚੀਜ਼ ਦੇਖੋ ਜਿਹੜੀ ਤੁਹਾਨੂੰ ਸੌਖੀ ਮਿਲ ਜਾਵੇ, ਵਿੱਚ ਸਰੇ, ਵੱਧ ਤੋਂ ਵੱਧ ਮੁਨਾਫਾ ਦੇਖੋ ਆਪਣਾ। ਹੁਣ ਆਪਾਂ ਥੋੜਾ ਜਿਹਾ ਹੋਰ ਅੱਗੇ ਵੱਧਦੇ ਹਾਂ। ਫਿਰ ਆਪਾਂ ਉਸ ਤੋਂ ਬਾਅਦ ਕੀ ਕਰਦੇ ਹੈਗੇ, ਆਪਾਂ ਨਦੀਨਨਾਸ਼ਕ ਦਾ ਵੀ ਚਲੋ ਦੇਖ ਲਿਆ ਵੀ ਕੀ ਕਰਨਾ ਹੁੰਦਾ, ਖਾਦਾਂ ਦਾ ਵੀ ਦੇਖ ਲਿਆ, ਪਾਣੀ ਦਾ ਵੀ ਦੇਖ ਲਿਆ। ਉਸ ਤੋਂ ਬਾਅਦ ਤੁਸੀਂ ਪਾਣੀ ਲਾਉਣਾ ਸ਼ੁਰੂ ਕਰ ਦਿਓ ਆਪਣਾ। ਫਿਰ ਜਦੋਂ ਇੱਕ ਸਟੇਜ ਆਉਂਦੀ ਹੈਗੀ ਵੀ ਬੂਟੇ ਜਦੋਂ ਨਸਾਰੇ ਤੇ ਹੁੰਦਾ, ਫੁੱਲਾਂ ਦੇ ਉੱਤੇ ਹੁੰਦੀ, ਆਪਾਂ ਕੋਈ ਵੀ ਫਸਲ ਕਹਿ ਦਿੰਦੇ ਹੈਗੇ, ਉਦੋਂ ਵੀ ਥੋੜੀ ਜਿਹੀ ਉਹਨੂੰ ਖੁਰਾਕ ਦੀ ਲੋੜ ਹੁੰਦੀ ਹੈ।
ਦੂਜੀ ਗੱਲ, ਉਸ ਵੇਲੇ ਇੱਕ ਉੱਲੀਆਂ ਦਾ ਹਮਲਾ ਹੁੰਦਾ, ਫਿਰ ਕੀੜਿਆਂ ਦਾ ਹਮਲਾ ਹੁੰਦਾ। ਇਹ ਤਿੰਨ ਚੀਜ਼ਾਂ ਹੁੰਦੀਆਂ ਨੇ ਉਸ ਟਾਈਮ ਦੇ ਉੱਤੇ। ਪਹਿਲੀ ਗੱਲ ਤਾਂ ਜਿਹੜਾ ਆਪਾਂ ਸੋਧਿਆ ਹੋਇਆ ਬੀ ਹੈਗਾ ਤੇ ਲੋੜ ਨਾਲੋਂ ਵੱਧ ਖੁਰਾਕ ਨਹੀਂ ਪਾਈ, ਜਿਵੇਂ ਆਪਾਂ ਦੂਜੀਆਂ ਯੂਰੀਆ ਜਾਂ DAP ਕਹਿ ਦਿੰਦੇ ਹੁੰਦੇ ਆ, ਤਾਂ ਬਿਮਾਰੀ ਲੱਗਦੀ ਨਹੀਂ। ਉਹਦਾ ਕਾਰਨ ਕੀ ਹੁੰਦਾ? ਆਮ ਤੌਰ ਦੇਖਿਆ ਉਹ ਜਿਹੜਾ ਥੋੜਾ ਜਿਹਾ ਮੇਰੇ ਵਰਗਾ ਹੋਵੇ ਤਾਂ ਇਹਨੂੰ ਬਿਮਾਰੀਆਂ ਜ਼ਿਆਦਾ ਲੱਗਦੀਆਂ ਨੇ, ਜਿਹੜਾ ਥੋੜਾ ਪਤਲਾ ਬੰਦਾ ਹੋਵੇ ਉਹਨੂੰ ਘੱਟ ਲੱਗਦੀਆਂ, ਜਾਂ ਕਹਿ ਸਕਦੇ ਆ ਜਿਹੜਾ ਜ਼ਿਆਦਾ ਖਾਂਦਾ ਉਹਨੂੰ ਬਿਮਾਰੀਆਂ ਜ਼ਿਆਦਾ ਲੱਗਣੀਆਂ ਹੁੰਦੀਆਂ ਨੇ। ਤੋ ਜਦੋਂ ਆਪਾਂ ਖੁਰਾਕ ਹੀ ਲੋੜ ਨਾਲ ਵੱਧ ਪਾਈ ਨਹੀਂ, ਲੋੜ ਨਾਲ ਘੱਟ ਹੀ ਪਾਈ ਹੈ, ਜਿੰਨੀ ਕਿ ਲੋੜ ਆ ਬੂਟੇ ਨੂੰ ਉਨੀ ਪਾ ਰਹੇ ਆ, ਇਹਨੂੰ ਉੱਲੀਆਂ ਲੱਗ ਹੀ ਨਹੀਂ ਸਕਦੀਆਂ। ਪਹਿਲੀ ਗੱਲ ਤਾਂ ਵੀ ਸੋਧਿਆ ਹੋਵੇ, ਖੁਰਾਕ ਸਹੀ ਪਾਈ ਹੋਵੇ, ਕਦੀ ਨਹੀਂ ਆਊਗੀ ਬਿਮਾਰੀ। ਮੈਂ ਅੱਜ ਤੱਕ ਕੋਈ ਉੱਲੀ ਨਾਸ਼ਕ ਜਾਂ ਜਿਵੇਂ ਮੈਂ ਹੁਣ ਖੱਟੀ ਲੱਸੀ ਵਗੈਰਾ ਦੀ ਗੱਲ ਕਰ ਰਹੀ ਸੀ, ਮੈਂ ਅੱਜ ਤੱਕ ਨਹੀਂ ਵਰਤੀ। ਸਿਰਫ ਬਰਸੀਨ ਦੇ ਉੱਤੇ ਵਰਤੀ ਦੀ, ਉਹ ਵੀ ਇਸ ਕਰਕੇ ਹੁੰਦੀ ਹੈ ਕਿਉਂਕਿ ਸਾਰਾ ਇਲਾਕੇ ਦੇ ਵਿੱਚ ਜਦੋਂ ਆਪਾਂ ਕਣਕ ਲਈ ਦੀ ਆ, ਕਿਤੇ ਵੀ ਕੁਛ ਹਰਾ ਨਹੀਂ ਹੁੰਦਾ ਖਾਣ ਨੂੰ, ਉਦੋਂ ਜਿੰਨੀਆਂ ਸੁੰਡੀਆਂ ਨੇ ਸਾਰੀਆਂ ਬਰਸੀਨ ਦੇ ਉੱਤੇ ਆ ਜਾਂਦੀਆਂ ਨੇ। ਜਾਂ ਜੇ ਆਪਾਂ ਥੋੜੀ ਛੋਲਿਆਂ ਦੀ ਵੀ ਛੇਤੀ ਕਰ ਦਈਏ, ਉਹ ਵੀ ਉਹੀ ਕਾਰਨ ਆ, ਉਦੋਂ ਉਹਨੂੰ ਸੁੰਡੀਆਂ ਖਾਂਦੀਆਂ ਨੇ। ਉਸ ਤੋਂ ਇਲਾਵਾ ਕਦੀ ਕੋਈ ਕੀੜਾ ਨਹੀਂ ਆਉਂਦਾ, ਕੁਛ ਨਹੀਂ ਆਉਂਦਾ। ਮਤਲਬ ਮੈਂ ਇਹ ਤਜਰਬਾ ਦੇਖਿਆ ਕਿ ਮੈਨੂੰ ਅੱਜ ਤੱਕ ਲੋੜ ਨਹੀਂ ਪਈ। ਪਰ ਫੇਰ ਵੀ ਜੇ ਕਿਸੇ ਨੂੰ ਲੱਗਦਾ ਹੈਗਾ ਵੀ ਡਰ ਹੈਗਾ, ਤਾਂ ਉਹ ਖੱਟੀ ਲੱਸੀ ਸਪਰੇਅ ਹੁੰਦੀ ਆ, ਘੱਟੋ ਘੱਟ ਹਫ਼ਤਾ ਪੁਰਾਣੀ ਜਾਂ 10-15 ਦਿਨ ਪੁਰਾਣੀ ਜਿਹੜੀ ਖੱਟੀ ਲੱਸੀ ਹੁੰਦੀ ਆ, ਉਹਨੂੰ ਤੁਸੀਂ ਰੱਖੋ ਆਪਣੇ ਕੋਲ। ਤੇ ਆਹੀ 1 ਲੀਟਰ ਤੋਂ ਲੈ ਕੇ 2 ਲੀਟਰ ਤੱਕ, ਜੇ ਨਵੀਂ ਹੋਵੇ ਤਾਂ 2 ਲੀਟਰ ਪਾ ਸਕਦੇ ਹੋ ਇੱਕ ਢੋਲਕੀ ਦੇ ਵਿੱਚ, ਨਹੀਂ ਤਾਂ 1 ਲੀਟਰ ਇੱਕ ਢੋਲਕੀ ਦੇ ਵਿੱਚ ਤੁਸੀਂ ਕਰਕੇ ਉਨਾ ਹੀ ਪਾਣੀ ਵਰਤਣਾ ਹੈਗਾ। ਹੈਗੀਆਂ ਨੇ ਇਹਦੇ ਨਾਲ ਜਿੰਨੀਆਂ ਉੱਲੀ ਵਾਲੀ ਬਿਮਾਰੀਆਂ ਹੈਗੀਆਂ ਨੇ, ਜੋ ਵੀ ਹੈਗਾ, ਇਹ ਸਾਰਾ ਕੁਛ ਹੀ ਠੀਕ ਹੋ ਜਾਂਦਾ। ਤੇ ਇਹ ਜਮਾਇਆ ਹੋਇਆ, ਇਹ ਅਸੀਂ ਹੈਰਾਨ ਹੋ ਗਏ ਸੀ। ਕਈ ਸਾਲ ਪਹਿਲਾਂ ਇੱਕ PAU ਕਿਸਾਨ ਕਲੱਬ ਦੇ ਵਿੱਚ ਇੱਕ ਟਾਟਾ ਕੈਮੀਕਲ ਤੋਂ ਆਏ ਸੀ ਬੰਦੇ, ਉਹਨਾਂ ਨੇ ਆਪ ਦੱਸਿਆ, ਕਾਫੀ ਸੀਨੀਅਰ ਬੰਦਾ ਸੀ, ਕਹਿੰਦਾ ਪਹਿਲਾਂ ਲੋਕੀ ਖੱਟੀ ਲੱਸੀ ਸਪਰੇਅ ਕਰਦੇ ਹੁੰਦੇ ਸੀਗੇ, ਫਿਰ ਉਹ ਦੱਸਿਆ ਵੀ ਕਰਨੀ ਬੜੀ ਔਖੀ ਹੈ ਕਿਉਂਕਿ ਮੁਸ਼ਕ ਵੀ ਬੜਾ ਆਉਂਦਾ ਅੱਜ ਕੱਲ੍ਹ, ਕਹਿੰਦੇ ਵੀ ਕੱਪੜਿਆਂ ਦੇ ਵਿੱਚ ਨਹੀਂ ਜਾਂਦੀ, ਖੋਲ ਕੇ ਕਰਨੀ ਬੜੀ ਔਖੀ ਹੈ, ਥੋੜਾ ਔਖਾ ਲੱਗਦਾ ਸੀ। ਹੌਲੀ ਹੌਲੀ ਕਹਿੰਦਾ ਅਸੀਂ ਕੈਮੀਕਲ ਬਣਾਉਣੇ ਸ਼ੁਰੂ ਕੀਤੇ, ਕਹਿੰਦਾ ਚੀਜ਼ਾਂ ਤਾਂ ਉੱਥੋਂ ਹੀ ਚੱਲੀਆਂ ਨੇ ਸਾਰੀਆਂ। ਸੋ ਇਹ ਵੱਡੀਆਂ ਕੰਪਨੀਆਂ ਨੇ ਆਪ ਸਟੇਜ ਦੇ ਉੱਤੋਂ ਅਨਾਊਂਸ ਕੀਤਾ ਵੀ ਪਹਿਲਾਂ ਖੱਟੀ ਲੱਸੀ ਸਪਰੇਅ ਚੱਲਦੀ ਹੁੰਦੀ ਸੀ, ਇਹ ਗਰੋਥ ਵੀ ਕਰਦੀ ਹੈ ਤੇ ਇਹ ਉੱਲੀਆਂ ਵੀ ਮਾਰਦੀ ਹੈ। ਤੀਜੀ ਗੱਲ, ਆਪਾਂ ਨੂੰ ਡਰ ਹੁੰਦਾ ਕੀੜਿਆਂ ਦਾ। ਕਿਹੜੇ ਕਿਹੜੇ ਕੀੜੇ ਆਉਂਦੇ ਨੇ? ਹਾਂਜੀ, ਉਹ ਉੱਲੀ ਵਾਲਾ ਹੋ ਗਿਆ ਜੀ, ਖੱਟੀ ਲੱਸੀ ਵਾਲਾ ਉੱਲੀ ਵਾਲਾ ਉਹੀ ਹੁੰਦਾ ਨਾ ਜਿਹੜਾ ਆਪਣਾ ਪੀਲਾ ਜਿਹਾ ਹੋ ਜਾਂਦਾ ਸਾਰਾ। ਉਹ ਪਹਿਲੀ ਗੱਲ ਤਾਂ ਬੀ ਦੇ ਵਿੱਚ ਬਿਮਾਰੀ ਹੁੰਦੀ ਆ, ਬੀ ਨੂੰ ਤੁਸੀਂ ਸੋਧਿਆ ਹੋਵੇ ਤਾਂ ਫਿਰ ਬਿਮਾਰੀ ਨਹੀਂ ਆਉਂਦੀ ਛੇਤੀ, ਜੇ ਆ ਵੀ ਗਈ ਤਾਂ ਇਹਨੇ ਖੱਟੀ ਲੱਸੀ ਨੇ ਚੱਕ ਦੇਣੀ। ਦੂਜੀ ਗੱਲ ਆ ਕੀੜਿਆਂ ਦਾ ਹੁਣ ਕੀ ਇਲਾਜ ਕਰ ਸਕਦੇ ਆ। ਕੀੜਾ ਕਿਉਂ ਆਉਂਦਾ ਹੈਗਾ, ਇਹਦੇ ਵਿੱਚ ਆਪਾਂ ਬੜਾ ਵਿਸਤਾਰ ਚ ਨਹੀਂ ਜਾਂਦੇ ਹੈਗੇ। ਉਹ ਅਸੀਂ ਕੀਟ ਸਾਕਸ਼ਰ ਦੇ ਕਲਾਸਾਂ ਵੀ ਲਾਉਂਦੇ ਹੁੰਦੇ ਵੀ ਕੀੜੇ ਦਾ ਆਪਾਂ ਨੂੰ ਚੱਕਰ ਪਤਾ ਲੱਗੇ, ਤਾਂ ਕਿ ਕੀੜਿਆਂ ਤੋਂ ਡਰਨ ਦੀ ਲੋੜ ਨਹੀਂ ਹੈਗੀ। ਪਹਿਲੀ ਗੱਲ, ਇੱਕ ਵਾਰ ਮੈਨੂੰ ਗੱਲ ਦੱਸੋ, ਹੁਣ ਜਿਵੇਂ ਆਪਾਂ ਆਹ ਸਮੋਸੇ ਤੇ ਆ ਗੁਲਾਬ ਜਾਮਣ ਵਗੈਰਾ ਖਾ ਰਹੇ ਹਾਂ, ਮੈਂ ਤਕਰੀਬਨ ਸਾਰਿਆਂ ਨੂੰ ਦੇਖ ਰਿਹਾ ਪਹਿਲਾਂ ਸਮੋਸਾ ਖਾਂਦਾ, ਬਾਅਦ ਚੋਂ ਮਿੱਠਾ ਖਾ ਰਹੇ ਹਾਂ, ਕਿਉਂਕਿ ਮਿੱਠਾ ਆਪਾਂ ਨੂੰ ਚੰਗਾ ਲੱਗਦਾ, ਮਿੱਠੇ ਵੱਲ ਆਪਾਂ ਜ਼ਿਆਦਾ ਭੱਜਦੇ ਹੈਗੇ, ਆਪਾਂ ਨੂੰ ਥੋੜਾ ਚੰਗਾ ਲੱਗਦਾ ਹੈਗਾ। ਏਦਾਂ ਹੀ ਕੀੜਿਆਂ ਨੂੰ ਵੀ ਚੰਗਾ ਲੱਗਦਾ ਹੈਗਾ ਵੀ ਫਸਲ ਥੋੜੀ ਜ਼ਿਆਦਾ ਮਿਠਾਸ ਹੋਵੇ। ਜ਼ਿਆਦਾ ਮਿਠਾਸ ਕਿਵੇਂ ਬਣਨੀ ਹੈ, ਪਹਿਲਾਂ ਵੀ ਤੁਹਾਨੂੰ ਦੱਸਤਾ ਸੀ, ਜਦੋਂ ਲੋੜ ਨਾਲ ਵੱਧ ਖਾਦ ਪਈ ਹੋਈ ਹੈ। ਵੀ ਕੀੜੇ ਹੈਗੇ ਨੇ, ਇਹਨਾਂ ਦਾ ਇੱਕ ਜੀਵਨ ਚੱਕਰ ਹੁੰਦਾ, ਬਹੁਤ ਛੋਟਾ ਹੁੰਦਾ, ਕਿਸੇ ਦਾ 10 ਦਿਨ, ਕਿਸੇ ਦਾ ਹਫ਼ਤਾ, ਕਿਸੇ ਦਾ 15 ਦਿਨ, 20 ਦਿਨ, ਇਸ ਤੋਂ ਵੱਧ ਨਹੀਂ ਰਹਿੰਦਾ। ਸਭ ਤੋਂ ਪਹਿਲਾਂ ਕੁਦਰਤੀ ਖੇਤੀ ਹੈ, ਜੈਵਿਕ ਖੇਤੀ ਦੇ ਵਿੱਚ ਇੱਕ ਅਸੂਲ ਜ਼ਰੂਰ ਆਪਣਾ ਅਪਣਾ ਲਓ ਵੀ ਥੋੜਾ ਸਬਰ ਕਰੋ। ਕੁਛ ਵੀ ਸੋਚਣ ਤੋਂ ਪਹਿਲਾਂ, ਜੇ ਇੱਕ ਅੱਧਾ ਕੀੜਾ ਆਪਾਂ ਨੂੰ ਦਿਖ ਵੀ ਪਿਆ ਨਾ, ਉਹ ਤੋਂ ਡਰਨ ਦੀ ਲੋੜ ਨਹੀਂ। ਅਸੀਂ ਤਾਂ ਇਹ ਵੀ ਕਹਿ ਦਿੰਦੇ ਹੁੰਦੇ ਹਾਂ, ਜਿਵੇਂ ਅੱਜ ਕੱਲ੍ਹ ਹੁਣ ਪੱਤਾ ਲਪੇਟ ਦਾ ਰੌਲਾ ਪਿਆ ਹੋਇਆ ਸੀ, ਪੱਤਾ ਲਪੇਟ ਆ ਗਈ, ਮੈਂ ਕਿਹਾ ਐਡੀ ਕਿੱਡੀ ਗੱਲ ਆ, ਪੱਤਾ ਲਪੇਟ ਆ ਗਈ, 4 ਦਿਨ ਕਿਤੇ ਘੁੰਮਣ ਫਿਰਨ ਚੱਲ ਜਾਓ, ਆ ਕੇ ਦੇਖੋ ਕੁਛ ਵੀ ਨਹੀਂ ਹੋਇਆ ਹੁਣ। ਤੇ ਅਸੀਂ ਤਜਰਬੇ ਕੀਤੇ ਹੋਏ ਨੇ ਪੱਤਾ ਲਪੇਟ ਦੇ ਉੱਤੇ ਨਾ, ਜਿੰਨਾ ਕਿ ਪੱਤਾ ਉਹ ਖਾਂਦੇ ਨੇ, ਉਹਨਾਂ ਕੁ ਪੱਤੇ ਤੁਸੀਂ ਆਪ ਵੱਢ ਦੋਗੇ ਤਾਂ ਵੀ ਕੋਈ ਨੁਕਸਾਨ ਨਹੀਂ ਹੁੰਦਾ। ਐਂ ਕਣਕ ਦੇ ਵਿੱਚ ਹੁੰਦਾ, ਆਪ ਕਹਿੰਦੇ ਆਪਾਂ ਤੇਲਾ ਆ ਗਿਆ, ਇਹੋ ਜਿਹੀਆਂ ਬਿਮਾਰੀਆਂ ਆਉਂਦੀਆਂ। ਕਣਕ ਨੂੰ ਵੈਸੇ ਬਿਮਾਰੀ ਛੇਤੀ, ਕੀੜਾ ਕੋਈ ਛੇਤੀ ਲੱਗਦਾ ਨਹੀਂ ਹੈਗਾ, ਪਰ ਆਪਾਂ ਫੇਰ ਵੀ ਸਪਰੇਆਂ ਕਰਦੇ ਨੇ ਕਿਉਂਕਿ ਆਪਾਂ ਖਾਦ ਬਹੁਤ ਪਾਈ ਹੁੰਦੀ ਹੈ। ਠੀਕ ਹੈ, ਸੋ ਪਹਿਲੀ ਗੱਲ ਤਾਂ ਥੋੜਾ ਸਬਰ ਕਰੀਏ, ਆਪਾਂ ਦੇਖੀਏ ਵੀ ਕੀੜਾ ਹੈ ਕਿਹੜਾ, ਕੀ ਆਪਣਾ ਜਿਵੇਂ ਮਹਿਕਮੇ ਵਾਲੇ ਵੀ ਦੱਸਦੇ ਆਪਾਂ ਨੂੰ, ਜਾਂ PAU ਵਾਲੇ ਵੀ ਦੱਸਦੇ ਹੈਗੇ ਵੀ ਮਿੱਤਰ ਕੀੜੇ ਹੁੰਦੇ ਨੇ, ਕੋਈ ਦੁਸ਼ਮਣ ਕੀੜੇ ਹੁੰਦੇ ਨੇ। ਅਸੀਂ ਤਾਂ ਕਿਸੇ ਨੂੰ ਮਿੱਤਰ ਦੁਸ਼ਮਣ ਨਹੀਂ ਕਹਿੰਦੇ, ਅਸੀਂ ਤਾਂ ਕਹਿੰਦੇ ਸਾਰੀ ਕੁਦਰਤ ਦੇ ਵਿੱਚ ਨੇ, ਇੱਕ ਦੂਜੇ ਦੇ ਹੀ ਉਹ ਬਣੇ ਹੋਏ ਨੇ। ਜੇ ਇੱਕ ਕੀੜਾ ਆਊਗਾ, ਉਹਨੂੰ ਖਾਣ ਵਾਲੇ ਕੀੜੇ ਵੀ ਆਪਣੇ ਆਪ ਆਉਣਗੇ।
ਸੋ ਜਿਹੜੇ ਕੀਟ ਸਾਖਰਤਾ ਵਾਲੇ ਜਿਨ੍ਹਾਂ ਨੇ ਕਲਾਸਾਂ ਲਾਈਆਂ ਉਹਨਾਂ ਨੂੰ ਪਤਾ ਹੈਗਾ ਵੀ ਅਸੀਂ ਮਿੱਤਰ ਕੀੜਾ ਜਾਂ ਦੁਸ਼ਮਣ ਕੀੜਾ ਨਹੀਂ ਕਹਿੰਦੇ, ਅਸੀਂ ਇਹ ਕਹਿੰਦੇ ਸ਼ਾਕਾਹਾਰੀ ਜਾਂ ਮਾਸਾਹਾਰੀ। ਸ਼ਾਕਾਹਾਰੀ ਮਾਸਾਹਾਰੀ ਕਿਹੜੇ ਹੁੰਦੇ? ਜਿਹੜੇ ਮੀਟ ਖਾਂਦੇ ਨੇ ਜਾਂ ਜਿਹੜੇ ਨਹੀਂ ਖਾਂਦੇ। ਉਹਦਾ ਕੀ ਮਤਲਬ ਹੁੰਦਾ? ਜਿਹੜੇ ਆਪਣੀ ਫਸਲ ਨੂੰ ਖਾਂਦੇ ਨੇ ਉਹ ਸ਼ਾਕਾਹਾਰੀ ਹੋ ਗਏ, ਜਿਹੜੇ ਉਹ ਕੀੜਿਆਂ ਨੂੰ ਖਾਂਦੇ ਨੇ, ਜਿਹੜੇ ਆਪਣੀ ਫਸਲ ਨੂੰ ਨੁਕਸਾਨ ਕਰਦੇ, ਉਹਨਾਂ ਨੂੰ ਮਾਸਾਹਾਰੀ ਕਹਿ ਦਿੰਦੇ। ਸੋ ਆਪਾਂ ਇਹ ਪਛਾਣ ਕਰਨੀ ਹੁੰਦੀ ਵੀ ਦੋਨੇ ਕੀੜਿਆਂ 'ਚ ਫਰਕ ਕੀ ਹੁੰਦਾ। ਇਹ ਜੇ ਆਪਾਂ ਨੂੰ ਪਛਾਣ ਹੋ ਗਈ ਤਾਂ ਆਪਾਂ ਨੂੰ ਕਿਸੇ ਸਪਰੇਅ ਨਹੀਂ ਪੈਂਦੀ। ਜੇ ਪੈ ਵੀ ਜਾਵੇ ਤਾਂ ਉਹਦੇ ਫਾਰਮੂਲੇ ਵੀ ਕਿਤਾਬ ਦਿੱਤੇ ਹੋਏ ਨੇ ਤੁਹਾਨੂੰ। ਜਿਵੇਂ ਮੈਂ ਤੁਹਾਨੂੰ ਦੱਸਿਆ ਸੀ, ਮਿੱਠੇ ਦੀ ਐਗਜ਼ਾਮਪਲ ਦਿੱਤੀ ਸੀ ਵੀ ਗੁਲਾਬ ਜਾਮਣ ਬਾਅਦ 'ਚ ਖਾਂਦੇ ਆ। ਉਹ ਇਹੀ ਗੱਲ ਹੁੰਦੀ ਆ ਵੀ ਜੇ ਆਪਾਂ ਕੌੜੀਆਂ ਚੀਜ਼ਾਂ ਕੀੜੇ ਨੂੰ ਦੇ ਦਾਂਗੇ ਜਾਂ ਫਸਲ ਨੂੰ ਕੌੜਾ ਕਰ ਦਾਂਗੇ, ਕੀੜਾ ਆਪੇ ਨਹੀਂ ਖਾਊਗਾ। ਸੋ ਜਿੰਨੀਆਂ ਵੀ ਕੌੜੀਆਂ ਚੀਜ਼ਾਂ ਹੈਗੀਆਂ ਉਹਦਾ ਮਿਲਾ ਕੇ ਇੱਕ ਨਿੰਮ ਅਸਤਰ ਹੋ ਗਿਆ, ਬ੍ਰਹਮ ਅਸਤਰ ਹੋ ਗਿਆ, ਅਗਨੀ ਅਸਤਰ, ਕਈ ਤਰ੍ਹਾਂ ਦੇ ਹੁੰਦੇ ਨੇ, ਇਹ ਵਰਤ ਸਕਦੇ ਆ। ਜਾਂ ਸਭ ਤੋਂ ਸੌਖਾ ਬਾਜ਼ਾਰੋਂ ਹੀ ਖਰੀਦ ਕੇ ਲੈਣਾ ਹੈਗਾ ਤਾਂ ਇੱਕ ਨਿੰਮ ਦਾ ਤੇਲ ਅੱਜ ਕੱਲ੍ਹ ਮਿਲਦਾ, ਬਹੁਤ ਵਧੀਆ ਅਸਰ ਕਰਦਾ। ਉਹਦੇ ਉੱਤੇ ਲਿਖਿਆ ਵੀ ਹੁੰਦਾ ਵੀ ਕਿੰਨੀ ਕਰਨੀ ਹੈਗੀ, ਜੋ ਵੀ ਹੈਗਾ। ਇਸ ਤੋਂ ਅੱਗੇ ਆਪਾਂ ਥੋੜਾ ਜਿਹਾ ਵਧਾਂਗੇ। 5 ਮਿੰਟ ਦੀ ਮੈਨੂੰ ਕਹਿੰਦੇ ਵੀ ਬ੍ਰੇਕ ਲਓ ਥੋੜਾ ਜਿਹਾ, ਵੀ ਆਪਾਂ ਹੋਰ ਵੀ ਅਨਾਊਂਸਮੈਂਟਾਂ ਕਰਨੀਆਂ ਹੈਗੀਆਂ ਤਾਂ ਉਸ ਤੋਂ ਬਾਅਦ ਆਪਾਂ ਦੁਬਾਰਾ ਕੰਟੀਨਿਊ ਕਰਦੇ। ਧੰਨਵਾਦ ਮਨਪ੍ਰੀਤ ਗਰੇਵਾਲ ਜੀ ਦਾ, ਜਿਨ੍ਹਾਂ ਨੇ ਬਹੁਤ ਹੀ ਵਿਸਤਾਰਪੂਰਵਕ ਸਾਨੂੰ ਆਰਗੈਨਿਕ ਫਾਰਮਿੰਗ ਬਾਰੇ ਦੱਸਿਆ। ਤੇ ਮੈਂ ਇਹਨਾਂ ਨੂੰ ਬ੍ਰੇਕ ਲਈ ਕਿਹਾ, ਕੋਈ ਗੱਲ ਨਹੀਂ ਆਪਾਂ ਫਿਰ ਤੁਹਾਡੇ ਇਹਨਾਂ ਨੂੰ ਰੂਬਰੂ ਕਰਾਵਾਂਗੇ, ਕਿਉਂਕਿ ਇਹਨਾਂ ਨੇ ਸਾਰੇ ਆਰਗੈਨਿਕ ਫਾਰਮਿੰਗ ਦਾ ਜਿੰਨੇ ਵੀ ਟੌਪਿਕ ਸੀ ਸਾਰੇ ਕਵਰ ਕਰ ਲਏ, ਬੜੇ ਵਿਸਤਾਰਪੂਰਵਕ ਕਵਰ ਕੀਤੇ ਆ। ਮੈਂ ਇਹਨਾਂ ਦੇ ਖੇਤੇ ਤੇ ਆਪ ਪਰਸਨਲੀ ਵਿਜ਼ਿਟ ਕੀਤਾ ਤੇ ਇਹਨਾਂ ਦੀ ਮਤਲਬ ਮਿਹਨਤ ਦੇਖਣ ਵਾਲੀ ਆ। ਮੈਂ ਵੀ 10-15 ਕਿਸਾਨ ਆਪਣੇ ਬਲਾਚੌਰ ਦੇ ਏਰੀਏ ਦੇ ਲੈ ਕੇ ਗਿਆ ਸੀ ਤੇ ਬਹੁਤ ਵਧੀਆ ਇਹਨਾਂ ਦੀ ਮਿਹਨਤ ਹੈ। ਦੇਖ ਕੇ ਸੁਣਨ ਤੇ ਦੇਖਣ ਦੇ ਵਿੱਚ ਬਹੁਤ ਫਰਕ ਹੈ ਤੇ ਅਸੀਂ ਕਾਫੀ ਇਹਨਾਂ ਦੀ ਦੂਈ ਕੀਤੀ ਹੈ। ਤੇ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ, ਸਭ ਤੋਂ ਸਾਡੇ ਅਜੇ ਭਾਜੀ ਜੀ ਦਾ, ਜੋ ਸਾਡੇ ਹਲਕਾ ਵਿਧਾਇਕ ਜੀ ਦੇ ਬੇਟੇ ਜੀ ਨੇ, ਤੇ ਨਾਲ ਉਹਨਾਂ ਦੇ ਨਾਲ ਬਲਾਕ ਸੰਮਤੀ ਮੈਂਬਰ ਸਾਡੇ ਰਾਜੂ ਜੀ ਦਾ, ਤੇ ਸਾਡੇ ਹਲਕਾ ਵਿਧਾਇਕ ਜੀ ਦੇ ਬੇਟੇ ਅਜੇ ਭਾਜੀ ਨੇ ਕਿਤੇ ਜਾਣਾ ਹੈ ਤਾਂ ਆਪਾਂ ਹੁਣ ਫਿਰ 5 ਮਿੰਟ ਦੇਣੇ ਆ ਤੇ ਉਹਦੇ ਨਾਲ ਫਿਰ ਆਪਾਂ ਸਾਰੇ ਟੌਪਿਕ ਕਵਰ ਕਰ ਲੈਣੇ ਆ। ਉਹਨਾਂ ਕੋਲ ਟਾਈਮ ਘੱਟ ਹੈ, ਸੋ ਮੈਂ ਬੇਨਤੀ ਕਰੂੰਗਾ ਅਜੇ ਭਾਜੀ ਨੂੰ ਆ ਕੇ ਆਪਣੀ ਸਟੇਜ ਸਾਂਭਣ ਤੇ ਸਾਡੇ ਜਿਹੜੇ ਕਿਸਾਨ ਭਰਾ ਆਏ ਆ ਉਹਨਾਂ ਦੇ ਨਾਲ ਰੂਬਰੂ ਹੋਣ ਤੇ ਆਪਣੇ ਵਿਚਾਰ ਜਿਹੜੇ ਕਿ ਸਾਂਝੇ ਕਰਨ। ਠੀਕ ਹੈ ਅਜੇ ਭਾਜੀ। ਸਭ ਤੋਂ ਪਹਿਲਾਂ ਤਾਂ ਮੈਂ ਬੁਗੜੀ ਪਿੰਡ ਬਲਾਚੌਰ ਵਿੱਚ ਵੱਖ-ਵੱਖ ਇਲਾਕਿਆਂ ਤੋਂ ਆਏ ਹੋਏ ਸਾਡੇ ਅਫਸਰ ਸਾਹਿਬਾਨ, ਪੰਜਾਬ ਐਗਰੋ ਤੋਂ ਆਏ ਹੋਏ ਅਫਸਰ ਸਾਹਿਬਾਨ, ਐਗਰੀਕਲਚਰਿਸਟ, ਵੱਖ-ਵੱਖ ਇਲਾਕਿਆਂ ਤੋਂ ਹੋਰ ਆਏ ਹੋਏ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਤੁਸੀਂ ਬਲਾਚੌਰ ਵਿੱਚ ਆਏ। ਤੇ ਮੈਂ ਡਿਪਾਰਟਮੈਂਟ ਦਾ ਵੀ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਬਲਾਚੌਰ ਵਿੱਚ ਜਿਹੜੇ ਇੱਦਾਂ ਦੇ ਕੈਂਪ ਹੈ, ਮੈਂ ਮੰਨਦਾ ਕਿ ਸਾਨੂੰ ਬੜੀ ਜ਼ਰੂਰਤ ਹੈ ਬਲਾਚੌਰ ਨੂੰ ਇੱਦਾਂ ਦੇ ਕੈਂਪ ਲੱਗਣ ਦੀ। ਅਗਰ ਅਸੀਂ ਆਪਣੇ ਪੰਜਾਬ ਦੇ ਪਿਛੋਕੜ ਤੇ ਜਾਈਏ, ਜਿਸ ਟਾਈਮ ਭਾਰਤ ਨੂੰ ਸਭ ਤੋਂ ਜ਼ਿਆਦਾ ਕਿਸੇ ਤਰੀਕੇ ਅੰਨ ਦੀ ਲੋੜ ਸੀ, ਜਦ ਅਸੀਂ ਬਾਹਰਲੇ ਦੇਸ਼ਾਂ ਤੇ ਡਿਪੈਂਡ ਹੁੰਦੇ ਸੀਗੇ, ਨਾਰਥ ਇੰਡੀਆ ਖਾਸ ਕਰਕੇ ਪੰਜਾਬ ਨੇ ਸਭ ਤੋਂ ਪਹਿਲਾਂ ਪੀੜਾ ਚੱਕਿਆ ਸੀਗਾ। ਪੂਰਾ ਭਾਰਤ ਦਾ ਜਿਹੜਾ ਢਿੱਡ ਭਰਿਆ ਸੀਗਾ, ਬੜੇ ਪ੍ਰਾਊਡ ਨਾਲ, ਫਕਰ ਨਾਲ ਅਸੀਂ ਕਹਿੰਦੇ ਹਾਂ, ਉਹ ਪੰਜਾਬ ਨੇ ਭਰਨਾ ਸਟਾਰਟ ਕੀਤਾ। ਉਹਦੇ ਵਿੱਚ ਜਦ ਅਸੀਂ ਇਸ ਕੰਮਾਂ ਨੂੰ ਚੱਲੇ ਸੀ ਤਾਂ ਬਹੁਤ ਫਰਟੀਲਾਈਜ਼ਰ ਯੂਜ਼ ਹੋਣ ਲੱਗ ਪਏ, ਹੋਰ ਬਹੁਤ ਕੁਝ ਚੱਲਣ ਲੱਗ ਪਿਆ। ਉਹਦੇ ਕਰਕੇ ਉਹਦਾ ਅਸਰ ਵੀ ਜਿਹੜਾ ਸਭ ਤੋਂ ਜ਼ਿਆਦਾ ਹੋਇਆ ਸਾਡੀ ਜ਼ਮੀਨ, ਸਾਡੀ ਹਵਾ, ਸਾਡੀ ਧਰਤੀ ਤੇ ਸਾਡੇ ਪਾਣੀ ਤੇ। ਪਰ ਕਿਤੇ ਨਾ ਕਿਤੇ ਪੰਜਾਬ ਨੂੰ ਯੋਧਿਆਂ ਦੀ ਧਰਤੀ ਕਿਹਾ ਜਾਂਦਾ ਹੈ ਕਿ ਕੋਈ ਵੀ ਮੁਸੀਬਤ ਸਾਡੇ ਉੱਤੇ ਪੈਂਦੀ ਹੈ, ਉਹਦੇ ਵਿੱਚੋਂ ਨਿਕਲਣ ਵਿੱਚ ਉਹਦਾ ਰਾਹ ਵੀ ਸਭ ਤੋਂ ਪਹਿਲਾਂ ਜਿਹੜਾ ਹੈਗਾ ਪੰਜਾਬੀ ਇਲਾਕੇ ਦਾ। ਅੱਜ ਦੇ ਦਿਨ ਸਾਨੂੰ ਸਾਰਿਆਂ ਨੂੰ ਜ਼ਰੂਰਤ ਹੈ ਕਿ ਜਿਹੜੀ ਖੇਤੀ ਹੈ ਦੁਬਾਰ ਤੋਂ ਜੈਵਿਕ ਖੇਤੀ, ਜਿਹਨੂੰ ਆਰਗੈਨਿਕ ਫਾਰਮਿੰਗ ਕਹਿੰਦੇ ਆ, ਦੁਬਾਰ ਤੋਂ ਅਸੀਂ ਸਾਰੇ ਉਹਦੇ ਉੱਤੇ ਆਈਏ। ਕਿਤੇ ਨਾ ਕਿਤੇ ਅਸੀਂ ਸਾਰੇ ਕੋਸ਼ਿਸ਼ ਤਾਂ ਜ਼ਰੂਰ ਕਰਦੇ ਹਾਂ ਆਪਣੇ ਘਰਾਂ ਵਿੱਚ। ਅਗਰ ਅਸੀਂ ਆਪਣੇ ਬਜ਼ੁਰਗਾਂ ਦੀ ਜਾਂ ਆਪਣੇ ਘਰਾਂ ਦੀ ਮੈਂ ਗੱਲ ਕਰ ਲਵਾਂ, ਸਾਡੇ ਤਾਂ ਹਰ ਘਰ ਵਿੱਚ ਅਗਰ ਤੁਸੀਂ ਦੇਖੋ ਕੋਈ ਨਾ ਕੋਈ ਜਿਹੜੀ ਸੀਗੀ ਆਪਣੇ ਸਬਜ਼ੀ ਹੋ ਗਈ, ਕੁਛ ਹੋ ਗਿਆ, ਕੁਛ ਨਾ ਕੁਛ ਘਰ ਵਿੱਚ ਜ਼ਰੂਰ ਉਗਾਇਆ ਜਾਂਦਾ। ਸਮੇਂ ਦੇ ਨਾਲ ਨਾਲ ਥੋੜਾ ਥੋੜਾ ਬਦਲਾਵ ਜਿੱਦਾਂ ਪੂਰੇ ਸਮਾਜ ਵਿੱਚ ਆਇਆ, ਉੱਦਾਂ ਸਾਡੇ ਪਿੰਡਾਂ ਵਿੱਚ ਵੀ ਆਇਆ। ਪਰ ਫਿਰ ਵੀ ਕਾਫੀ ਹੱਦ ਤੱਕ ਸਾਡੇ ਪਿੰਡਾਂ ਵਿੱਚ ਜਿਹੜਾ ਸਾਡਾ ਪੁਰਾਣਾ ਕਲਚਰ ਹੈਗਾ, ਸਾਰੇ ਜਣੇ ਮੁੜ ਕੇ ਆ ਰਹੇ ਆ, ਪਰ ਅਸੀਂ ਜਿਹੜੀ ਆਪਣੀ ਵਿਰਾਸਤ ਹੈ ਹਜੇ ਵੀ ਬਲਾਚੌਰ ਵਿੱਚ ਅਸੀਂ ਸਾਂਭ ਕੇ ਰੱਖੀ। ਸਾਡੇ ਵੀਰ ਜੀ ਬੜੇ ਵਧੀਆ ਤਰੀਕੇ ਜਿਹੜੀ ਆਰਗੈਨਿਕ ਫਾਰਮਿੰਗ ਬਾਰੇ ਆ ਸਾਨੂੰ ਦੱਸਦੇ ਪਏ ਸੀਗੇ। ਮੇਰਾ ਮੰਨਣਾ ਹੈ ਕਿ ਡਿਪਾਰਟਮੈਂਟ ਨੂੰ ਰਕੇਸ਼ ਭਾਜੀ ਸਾਡੇ ਵੀ ਆਉਂਦੇ ਰਹਿੰਦੇ, ਉਹਨੂੰ ਗਾਈਡ ਕਰਦੇ ਰਹਿੰਦੇ, ਇੰਸਪੈਕਟਰ ਸਾਹਿਬ ਸਾਡੇ। ਮੈਂ ਕਹਿੰਦਾ ਹੁਣ ਤਾਂ ਪ੍ਰਮੋਸ਼ਨ ਵੀ ਹੋ ਗਈ ਭਾਜੀ ਤੁਹਾਡੀ, ਹਾਂਜੀ, ਤੇ ਦੱਸਦੇ ਰਹਿੰਦੇ। ਪਰ ਕਿਤੇ ਨਾ ਕਿਤੇ ਜਿਹੜੀ ਆਰਗੈਨਿਕ ਫਾਰਮਿੰਗ ਹੈ ਉਹਦੇ ਵਿੱਚ ਅਗਰ ਮੈਂ ਸੋਚਦਾ ਕਿ ਅਗਰ ਕਿਤੇ ਸਮੱਸਿਆ ਆਉਂਦੀ ਹੈ, ਸਭ ਤੋਂ ਵੱਡੀ ਸਮੱਸਿਆ ਆਉਂਦੀ ਹੈ ਕਿ ਸਾਨੂੰ ਦੱਸਣ ਵਾਲੇ ਬੰਦੇ ਘੱਟ। ਡਿਪਾਰਟਮੈਂਟ ਨੂੰ ਬੇਨਤੀ ਕਰਦਾ, ਔਰ ਜਿਹੜੇ ਵੀ ਵੱਖ-ਵੱਖ ਇਲਾਕਿਆਂ ਤੋਂ ਸਾਡੇ ਅਫਸਰ ਆਏ ਹੋਏ ਹੈ, ਕਿ ਤੁਸੀਂ ਕੋਈ ਸਰਕਲ ਬਣਾਓ। ਹਰ 5 ਪਿੰਡਾਂ ਦੇ ਮਗਰ ਇੱਕ ਸਰਕਲ ਚਾਹੀਦਾ।
ਅਸੀਂ ਨਹੀਂ ਕਹਿੰਦੇ ਕਿ ਤੁਸੀਂ ਆਪਣੇ ਅਫਸਰ ਇਹਨਾਂ ਉੱਤੇ ਲਾਓ ਜਾਂ ਕਿਸੇ ਨੂੰ, ਜਿਹੜੇ ਪ੍ਰੋਗਰੈਸਿਵ ਸਾਡੀ ਫਾਰਮਿੰਗ ਪਹਿਲਾਂ ਹੀ ਕਰਦੇ ਆ। ਸਾਡੇ ਵਿੱਚੋਂ ਕੋਈ ਸਮਝਦਾਰ ਕਿਸਾਨ ਹੈਗੇ ਆ ਜਿਹੜੇ ਖੇਤੀ ਨੂੰ ਜ਼ਿਆਦਾ ਚੰਗੇ ਤਰੀਕੇ ਸਮਝਦੇ ਆ। 5-5 ਪਿੰਡਾਂ ਵੱਲ ਕਿਸੇ ਦੀ ਡਿਊਟੀ ਲਾ ਦਿਓ ਕਿ ਅਗਰ ਤੁਸੀਂ ਕੁਝ ਪੁੱਛਿਆ ਚਾਹੁੰਦੇ ਆ, ਇਹਨਾਂ ਨੂੰ ਸਾਦੇ, ਇਹਨਾਂ ਨੂੰ ਡਿਟੇਲ ਜ਼ਿਆਦਾ ਵਧੀਆ ਪਤਾ ਹੈ। ਅੱਧਾ ਅਗਰ ਅਸੀਂ ਆਪਣੇ ਇਲਾਕੇ ਮਗਰ ਹਰ ਪਿੰਡ 5 ਪਿੰਡਾਂ ਦੇ ਮਗਰ ਇੱਕ ਬੰਦਾ, ਤਾਂ ਸਾਡਾ ਇਨਫਰਾਸਟ੍ਰਕਚਰ ਇਨ ਫਿਊਚਰ ਲਈ ਤਿਆਰ ਹੋ ਜਾਊਗਾ। ਕਿਤੇ ਕੋਈ ਵੀ ਗੱਲ ਅਸੀਂ ਆਪਣੇ ਇਲਾਕਿਆਂ ਵਿੱਚ ਘਰਾਂ ਤੱਕ ਪਹੁੰਚਾਣੀ ਹੈ ਤੇ ਉਹ ਸੌਖੀ ਪਹੁੰਚਾ ਸਕਦੇ ਹਾਂ। ਜਿਹੜੀ ਆਰਗੈਨਿਕ ਫਾਰਮਿੰਗ ਹੈ, ਮੇਰਾ ਮੰਨਣਾ ਕਿ ਆਉਣ ਵਾਲਾ ਜਿਹੜਾ ਸਮਾਂ ਦੁਬਾਰਾ ਤੋਂ ਘੁੰਮ ਘੁਮਾ ਕੇ ਇਹਦਾ ਆਣਾ ਤੇ ਇਹਦੀ ਸ਼ੁਰੂਆਤ ਬਾਕੀ ਬਹੁਤ ਸੂਬਿਆਂ ਵਿੱਚ ਹੋ ਚੁੱਕੀ ਹੈ। ਅਸੀਂ ਇਹਦੇ ਵਿੱਚ ਕਿਤੇ ਨਾ ਕਿਤੇ ਪਿਛੜੇ ਜ਼ਰੂਰ ਹੋਏ ਹਾਂ, ਪਰ ਅਗਰ ਅਸੀਂ ਸਾਰੇ ਮਿਲ ਕੇ ਚੱਲਾਂਗੇ ਤਾਂ ਆਰਗੈਨਿਕ ਫਾਰਮਿੰਗ ਵਿੱਚ ਫੇਰ ਆਊਗਾ। ਜਦ ਕਿਤੇ ਅਸੀਂ ਫਰੂਟ ਲਾਉਂਦੇ ਆ, ਬਿਲਕੁਲ ਸੱਚੀ ਗੱਲ ਹੈ ਕਿ ਕਈ ਤਾਂ ਕੀੜੇ ਭਾਜੀ ਏਦਾਂ ਦੇ, ਅਸੀਂ ਲੱਸੀ ਵੀ ਮਾਰ ਕੇ ਦੇਖ ਲਈ, ਹੋਰ ਵੀ ਕਰਕੇ ਦੇਖ ਲਿਆ, ਹੋ ਸਕਦਾ ਕਿ ਖੱਟੀ ਘੱਟ ਕੀਤੀ ਹੋਵੇ ਕਿ ਉਹ ਫੇਰ ਵੀ ਸਬਜ਼ੀਆਂ ਜਿਹੜੀਆਂ ਹੈਗੀਆਂ ਪ੍ਰੋਪਰ ਨਹੀਂ ਹੁੰਦੀਆਂ। ਬਲਾਚੌਰ ਵਿੱਚ ਸਾਡੇ ਬਹੁਤ ਕਿਸਾਨ ਵੀਰ ਏਦਾਂ ਦੇ ਹੈਗੇ ਆ ਜਿਨ੍ਹਾਂ ਨੂੰ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੇ ਪ੍ਰਾਈਜ਼ ਵੀ ਮਿਲੇ ਆ ਬਲਾਚੌਰ ਵਿੱਚ ਖੇਤੀ ਦੇ ਤਰੀਕੇ ਕਰਨ ਨਾਲ। ਸਾਡੀ ਜਿਹੜੀ ਧਰਤੀ ਹੈਗੀ ਹੈ ਇੰਨੀ ਉਪਜਾਊ ਨਹੀਂ ਹੈਗੀ, ਸਾਰੀਆਂ ਫਸਲਾਂ ਇੱਥੇ ਵਧੀਆ ਤਰੀਕੇ ਨਹੀਂ ਹੁੰਦੀਆਂ। ਅਸੀਂ ਜਿਹੜੇ ਝੋਨੇ ਤੇ ਕਣਕ ਦੇ ਸਰਕਲ ਹੈ, ਉਹਦੇ ਵਿੱਚ ਅਗਰ ਜਾਂਦਾ ਜਿਹੜਾ ਕੰਢੀ ਦਾ ਇਲਾਕਾ, ਸਾਡੇ 60% ਤਾਂ ਫੋਰੈਸਟ ਏਰੀਆ ਡਿਪਾਰਟਮੈਂਟ ਵਿੱਚ ਪਿੱਛੇ ਮਿਨਿਸਟਰ ਸਾਹਿਬ ਨਾਲ ਵੀ ਗੱਲ ਹੋਈ ਸੀ, ਉਹਦੇ ਵਿੱਚ ਵੀ ਜਿਹੜੀ ਖੇਤੀ ਹੈਗੀ ਹੈ ਹੁਣ, ਜਿਹੜੇ ਆਪਣੇ ਆ ਸਿਲਕ ਵਾਰਮ ਹੁੰਦੇ ਆ, ਕਿਹੜਾ ਕੀੜਾ ਕਹਿੰਦੇ ਭਾਜੀ ਇਹਨੂੰ, ਤੁਹਾਨੂੰ ਜ਼ਿਆਦਾ ਪਤਾ, ਰੇਸ਼ਮੀ ਕੀੜਾ ਜਿਹੜਾ ਹੈਗਾ, ਉਹਦੀ ਖੇਤੀ ਹੁਣ ਪਠਾਨਕੋਟ ਵਿੱਚ ਸਟਾਰਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਗਰ ਅੱਦਾਂ ਦੀਆਂ ਚੀਜ਼ਾਂ ਕਾਮਯਾਬ ਹੋ ਗਈਆਂ, ਜਾਂ ਬੰਬੂ ਦੀ ਖੇਤੀ ਕਹਿੰਦੇ ਆ, ਆਹ ਜਿਹੜੀਆਂ ਚੀਜ਼ਾਂ ਹੈਗੀਆਂ, ਅਸੀਂ ਵੀ ਚਾਹੁੰਦੇ ਕਿ ਸਾਡਾ ਜਿਹੜਾ ਫੋਰੈਸਟ ਏਰੀਆ, ਅੱਦਾਂ ਦੀਆਂ ਕੁਝ ਨਵੀਆਂ ਟੈਕਨੀਕ ਸਾਡੇ ਲਈ ਆਉਣ ਜਿਹਦੇ ਨਾਲ ਸਾਡਾ ਇਲਾਕਾ ਹੈਗਾ ਦੁਬਾਰਾ ਤੋਂ ਤਰੱਕੀ ਦੇ ਰਾਹ ਤੇ ਚੱਲ ਸਕੇ। ਖੇਤੀ ਵਿੱਚ ਜਿਹੜੀਆਂ ਚੀਜ਼ਾਂ ਤੁਸੀਂ ਸਾਨੂੰ ਦੱਸਦੇ ਪਏ ਆ, ਮੈਂ ਤੁਹਾਡਾ ਆਉਣ ਤੇ ਵੀ ਬਹੁਤ ਸਾਰਿਆਂ ਦਾ ਧੰਨਵਾਦ ਕਰਦਾ। ਉਮੀਦ ਕਰਦਾ ਅੱਜ ਸਾਡੇ ਕੈਂਪ ਲਾਇਆ, ਇਹਦਾ ਸਾਡੇ ਇਲਾਕੇ ਨੂੰ ਬਹੁਤ ਫਾਇਦਾ ਮਿਲੂਗਾ ਔਰ ਆਉਣ ਵਾਲੇ ਸਮੇਂ ਵਿੱਚ ਤੁਸੀਂ ਹੋਰ ਏਦਾਂ ਦੇ ਕੈਂਪ ਲਾਓ। ਵੈਸੇ ਤਾਂ ਜਦ ਕਿਸੇ ਸਮਾਂ ਦਿੱਤਾ ਜਾਂਦਾ, ਮੈਂ ਪੂਰਾ ਸਮਾਂ ਕੱਢ ਕੇ ਆਉਂਦਾ ਹੁੰਦਾ ਤੇ ਕੋਸ਼ਿਸ਼ ਕਰਦਾ ਹੁੰਦਾ ਕਿ ਜਿੰਨਾ ਹੋ ਸਕੇ ਤਾਂ ਸੁਣ ਸਕੀਏ। ਮੈਨੂੰ ਅੱਧੇ ਪੌਣੇ ਘੰਟੇ ਪਹਿਲਾਂ ਹੀ ਭਾਈ ਦਾ ਫੋਨ ਆਇਆ ਸੀਗਾ ਕਿ ਏਦਾਂ ਸਾਡੇ ਕੈਂਪ ਲੱਗ ਰਿਹਾ, ਕਿ 10 ਮਿੰਟ ਤੁਸੀਂ ਆਇਓ। ਰਿਸ਼ਤੇਦਾਰੀ ਵਿੱਚ ਕੁਝ ਕੰਮ ਸੀਗਾ, ਪਰ ਮੇਰੀ ਇੱਛਾ ਹੈ ਕਿ ਜਦ ਸਾਡੇ ਇਲਾਕੇ ਵਿੱਚ ਏਦਾਂ ਦਾ ਕੁਝ ਹੋ ਰਿਹਾ ਤਾਂ ਉੱਥੇ ਅਸੀਂ ਆਪਣੀ ਹਾਜ਼ਰੀ ਵੀ ਲਾਈਏ ਤੇ ਆਪਣੇ ਵੀਰਾਂ ਨੂੰ ਬੇਨਤੀ ਵੀ ਕਰੀਏ ਕਿ ਜਿੱਥੇ ਤੱਕ ਹੋ ਸਕੇ ਇਹਦੇ ਵਿੱਚ ਵੱਧ ਚੜ ਕੇ ਹਿੱਸਾ ਲਓ, ਇੱਥੋਂ ਕੁਝ ਸਿੱਖ ਕੇ ਆਪਣੇ ਘਰਾਂ ਵਿੱਚ ਜ਼ਰੂਰ ਕੁਛ ਨਾ ਕੁਛ ਇਹਦਾ ਇੰਪਲੀਮੈਂਟ ਕਰੋ। ਇੱਕ ਵਾਰ ਫੇਰ ਮੈਂ ਜਿੰਨੇ ਵੀ ਸਾਡੇ ਬਜ਼ੁਰਗ ਵੀਰ ਜਾਂ ਜਿੰਨੇ ਵੀ ਸਾਡੇ ਐਗਰੀਕਲਚਰਿਸਟ ਬਾਹਰੋਂ ਆਏ ਹੋਏ ਹੈ ਜਾਂ ਅਫਸਰ ਸਾਹਿਬਾਨ ਆਏ ਆ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਇਨ ਫਿਊਚਰ ਤੁਹਾਨੂੰ ਲੱਗਦਾ ਸਾਡੇ ਆਫਿਸ ਦੀ ਜਾਂ ਸਾਡੀ ਲੋੜ ਹੈਗੀ ਹੈ, ਅਸੀਂ 24 ਘੰਟੇ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ। ਸਾਡੇ ਇਲਾਕੇ ਵਿੱਚ ਆ ਜ਼ਰੂਰ ਮੈਂ ਕਹਿੰਦਾ ਕਿ ਕੁਝ ਸੈਂਪਲ ਏਦਾਂ ਦੇ ਪਲਾਂਟ ਜ਼ਰੂਰ ਕ੍ਰੀਏਟ ਕਰਕੇ ਜਾਓ, ਇਲਾਕਾ ਏਦਾਂ ਦਾ ਕ੍ਰੀਏਟ ਕਰਕੇ ਜਾਓ ਕਿ ਅਗਰ ਕਿਸੇ ਨੇ ਕੁਝ ਸਿੱਖਣਾ ਹੋਵੇ ਕਿ ਜਿਹੜੀ ਆਰਗੈਨਿਕ ਫਾਰਮਿੰਗ ਹੈ ਇਹਦੇ ਵਿੱਚ ਕੋਈ ਕਮੀ ਹੈਗੀ ਹੈ, ਉਹ ਕਿੱਦਾਂ ਦੂਰ ਹੁੰਦੀ ਹੈ, ਅਸੀਂ ਉਹਨਾਂ ਨੂੰ ਜਾ ਕੇ ਮਿਲ ਸਕੀਏ। ਜਿਹੜੇ ਨੰਬਰ ਹੈਗੇ ਆ ਉਹਨਾਂ ਨੂੰ ਵਧੀਆ ਤਰੀਕੇ ਆਪਣੇ ਪੂਰੇ ਇਲਾਕੇ ਵਿੱਚ ਅਸੀਂ ਪ੍ਰਮੋਟ ਕਰ ਸਕੀਏ। ਮੈਂ ਅੰਤ ਵਿੱਚ ਫਿਰ ਤੁਹਾਡੇ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਤੇ ਮਾਫੀ ਮੰਗਦਾ। ਇੱਕ ਤਾਂ ਤੁਹਾਡੀ ਵਿੱਚ ਜਿਹੜਾ ਸੀਗਾ ਵਿੱਚ ਤੁਹਾਨੂੰ ਰੋਕਣ ਲਈ ਵੀ, ਤੇ ਚੱਲਦਾ ਜਿਹੜਾ ਕੰਮ ਜਿਨ੍ਹਾਂ ਦਾ ਸੁਣਨ ਲਈ ਆਪਾਂ ਬੈਠੇ ਆ, ਜ਼ਿਆਦਾ ਧਿਆਨ ਸਾਨੂੰ ਉਹਨਾਂ ਨੂੰ ਦੇਣਾ ਚਾਹੀਦਾ। ਤੇ ਇਨ ਫਿਊਚਰ ਮੈਂ ਪੰਚਾਇਤ ਨੂੰ ਵੀ ਬੇਨਤੀ ਕਰਦਾ ਕਿ ਏਦਾਂ ਦਾ ਕੋਈ ਪ੍ਰੋਗਰਾਮ ਹੁੰਦਾ, ਅਗਰ ਸਾਡੀ ਹਾਜ਼ਰੀ ਤੁਹਾਨੂੰ ਲੱਗਦਾ ਉੱਥੇ ਜ਼ਰੂਰਤ ਹੈਗੀ, ਸਾਨੂੰ ਪਹਿਲਾਂ ਦੱਸ ਸਕਦੇ। ਧੰਨਵਾਦ ਜੀ, ਰਾਮ ਰਾਮ ਜੀ, ਸਤਿ ਸਾਹਿਬ, ਸਤਿ ਸਾਹਿਬ, ਸਤਿ ਸਾਹਿਬ। ਅੱਛਾ ਜੀ, ਧੰਨਵਾਦ ਅਜੇ ਭਾਜੀ ਦਾ ਜੋ ਸਾਡੇ ਰੂਬਰੂ ਹੋਏ। ਹੁਣ ਮੈਂ ਅੱਗੇ ਆਪਣਾ ਆਰਗੈਨਿਕ ਫਾਰਮ ਜਿਹੜਾ ਟੌਪਿਕ ਸਾਡੇ ਕਵਰ ਰਹਿੰਦੇ ਕਰਨ ਨੂੰ, ਉਹ ਮੈਂ ਹੁਣ ਬੇਨਤੀ ਕਰਾਂਗਾ ਮਨਪ੍ਰੀਤ ਭਾਜੀ ਨੂੰ ਕਿ ਦੁਬਾਰਾ ਆ ਕੇ ਆਪਣਾ ਜਿੱਥੋਂ ਉਹਨਾਂ ਨੇ ਬ੍ਰੇਕ ਲਈ ਸੀ ਤੇ ਉੱਥੋਂ ਆਪਣੇ ਟੌਪਿਕ ਨੂੰ ਖਤਮ ਕਰਨ। ਸੋ ਆਵਾਜ਼ ਮਾਈਕ ਤੋਂ ਠੀਕ ਹੈ ਕਿ ਠੀਕ ਸੀ? ਠੀਕ ਹੈ ਜੀ। ਨਹੀਂ, ਤੁਸੀਂ ਕਿਹਾ ਸੀ ਪਹਿਲਾਂ ਜੈਵਿਕ ਬੋਲਦਾ ਸੀ, ਹੁਣ ਹੋਰ ਨਾ ਬੋਲਣ ਲੱਗ ਜਾਂ ਕੁਝ। ਸੋ ਜਿੰਨੀਆਂ ਕਿ ਮੈਂ ਹੁਣ ਗੱਲਾਂ ਕੀਤੀਆਂ ਨੇ, ਕਿਸੇ ਨੂੰ ਕੋਈ ਸਵਾਲ ਹੋਵੇ ਜਾਂ ਕੋਈ ਸਮਝ ਨਾ ਹੋਵੇ ਜ਼ਰੂਰ ਪੁੱਛ ਲਓ, ਕਿਉਂਕਿ ਆਪਾਂ ਮੈਂ ਲੈਕਚਰ ਨਹੀਂ ਦੇਣਾ ਹੈਗਾ, ਆਪਾਂ ਤਾਂ ਸਵਾਲ ਜਵਾਬ ਹੀ ਕਰਨੇ ਆ।
ਦੇਖੋ ਮੌਸਮ ਦਾ ਤਾਂ ਐ ਵੀ ਆਪਾਂ ਹੁਣ ਦੇਖ ਹੀ ਰਹੇ ਹਾਂ 2-3 ਸਾਲ ਤੋਂ ਮੌਸਮ ਬਹੁਤ ਜ਼ਿਆਦਾ ਬਦਲ ਰਿਹਾ। ਅੱਜ ਕੱਲ੍ਹ ਵੀ ਹੁਣ ਗਰਮੀ, ਪਹਿਲਾਂ ਬਾਰਿਸ਼ ਜ਼ਿਆਦਾ ਹੋ ਗਈ, ਹੁਣ ਫੇਰ ਗਰਮੀ ਜ਼ਿਆਦਾ ਹੋ ਗਈ। ਬਿਲਕੁਲ ਹੈਗਾ ਜੀ, ਬਿਲਕੁਲ ਹੈਗਾ। ਇਹ ਅਸਲ ਦੇ ਵਿੱਚ ਜਿਹੜੀਆਂ ਨੀਮ ਪਹਾੜੀ ਇਲਾਕੇ ਹੈਗੇ ਨੇ, ਤੁਹਾਡਾ ਇਲਾਕਾ ਹੋ ਗਿਆ, ਇੱਧਰੋਂ ਹੀ ਆਪਣੇ ਸ਼ੁਰੂ ਹੋ ਕੇ ਹੌਲੀ ਹੌਲੀ ਬਿਮਾਰੀਆਂ ਜ਼ਿਆਦਾ ਵੱਧਦੀਆਂ ਨੇ, ਇੱਥੋਂ ਸ਼ੁਰੂ ਹੁੰਦੀਆਂ ਨੇ। ਸੋ ਮੌਸਮ ਦਾ ਫਰਕ ਤਾਂ ਬਿਲਕੁਲ ਹੈਗਾ। ਆਪਾਂ ਜੋ ਕਰ ਸਕਦੇ ਹੈਗੇ ਉਹ ਇਹ ਆ ਵੀ ਆਪਾਂ ਜ਼ਮੀਨ ਦੀ, ਤੁਹਾਨੂੰ ਮੈਂ ਦੱਸਿਆ ਸੀ ਵੀ ਸਿਹਤ ਬਣਾਉਣੀ ਹੈਗੀ ਹੈ। ਦੂਜੀ ਗੱਲ, ਆਪਣਾ ਬੀਜ ਵਧੀਆ ਹੋਣਾ ਚਾਹੀਦਾ। ਇਹ ਦੋ ਚੀਜ਼ਾਂ ਵਧੀਆ ਰੱਖਾਂਗੇ ਤਾਂ ਠੀਕ ਹੈ। ਜ਼ਮੀਨ ਦੀ ਸਿਹਤ ਦੇ ਵਿੱਚ ਇੱਕ ਚੀਜ਼ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ ਵੀ ਜੇ ਕਿਸੇ ਨੂੰ ਲੱਗਦਾ ਹੈ ਕਿ ਸਾਡੀ ਜ਼ਮੀਨ ਦੇ ਵਿੱਚ ਉੱਲੀਆਂ ਹੈਗੀਆਂ ਨੇ ਜਾਂ ਸਾਡੇ ਜ਼ਮੀਨ ਦੇ ਵਿੱਚ ਇਹੋ ਜਿਹੀਆਂ ਬਿਮਾਰੀਆਂ ਰਹਿ ਗਈਆਂ ਪੁਰਾਣੀ ਫਸਲ ਤੋਂ, ਬੀਜ ਗਿਰ ਗਿਆ ਜਾਂ ਕੁਝ ਹੋ ਗਿਆ, ਉਹਨੂੰ ਵੀ ਸੋਚ ਸਕਦੇ ਹਾਂ ਆਪਾਂ। ਉਹਦੇ ਵਿੱਚ ਆਪਾਂ ਕੀ ਕਰਨਾ ਹੈਗਾ ਵੀ ਫਟਕੜੀ ਦਾ ਪਾਣੀ ਲਾਉਣਾ। ਚਿੱਟੀ ਫਟਕੜੀ ਜਿਹੜੀ ਹੁੰਦੀ ਆਮ ਮਿਲ ਜਾਂਦੀ ਆ ਆਪਾਂ ਨੂੰ। ਉਹ ਜਦੋਂ ਵੀ ਤੁਸੀਂ ਜ਼ਮੀਨ ਨੂੰ ਪਾਣੀ ਲਾਉਣਾ ਹੈਗਾ, ਫਸਲ ਤੋਂ ਪਹਿਲਾਂ ਜਾਂ ਫਸਲ ਤੋਂ ਬਿਨਾਂ ਜਾਂ ਕਿਸੇ ਵੀ ਫਸਲ ਨੂੰ ਲਾ ਰਹੇ ਹੈਗੇ ਹੋ, 2 ਕਿਲੋ ਫਟਕੜੀ ਆਪਣੇ ਨੱਕੇ ਤੇ ਰੱਖ ਦਿਓ ਜਿੱਥੋਂ ਪਾਣੀ ਲੱਗਦਾ ਹੈਗਾ। ਆਪਣੇ ਆਪ ਘੁਲ ਕੇ ਸਾਰੀ ਖੇਤ ਦੇ ਵਿੱਚ ਪਹੁੰਚ ਜਾਊਗੀ। ਤੁਹਾਡੀ ਜ਼ਮੀਨ ਦੀਆਂ ਜਿੰਨੀਆਂ ਓਲੀਆਂ ਹੈਗੀਆਂ ਨੇ ਉਹ ਸਭ ਠੀਕ ਹੋ ਜਾਣੀਆਂ ਹੈਗੀਆਂ। ਜੇ ਹੋਰ ਵੀ ਕਿਸੇ ਨੂੰ ਜ਼ਿਆਦਾ ਪ੍ਰੋਬਲਮ ਹੈਗੀ ਹੈ ਵੀ ਸਾਨੂੰ ਕੋਈ ਕਹਿੰਦਾ ਵੀ ਸਿਉਂਕ ਤੋਂ ਡਰ ਲੱਗਦਾ, ਅਸੀਂ ਜਿੰਨੇ ਵੀ ਜੈਵਿਕ ਖੇਤੀ ਵਾਲੇ ਹੈਗੇ ਸਿਉਂਕ ਨੂੰ ਬੜਾਵਾ ਦਿੰਦੇ ਹਾਂ। ਅਸੀਂ ਚਾਹੁੰਦੇ ਹਾਂ ਵੀ ਸਿਉਂਕ ਸਾਡੇ ਖੇਤ ਦੇ ਵਿੱਚ ਆਵੇ। ਸਭ ਤੋਂ ਵਧੀਆ ਆਪਣੇ ਫਸਲ ਦੀ ਰਹਿੰਦ ਖੂੰਦ ਨੂੰ ਖਾ ਕੇ ਜਿਹੜਾ ਖਾਦ ਦੇ ਰੂਪ ਚ ਬਦਲਦੀ ਆ ਉਹ ਸਿਉਂਕ ਹੁੰਦੀ। ਜਿਹੜੇ ਜੈਵਿਕ ਖੇਤੀ ਕਰਦੇ ਜੇ ਉਹਦੇ ਖੇਤ ਦੇ ਵਿੱਚ ਸਿਉਂਕ ਨਹੀਂ ਹੈਗੀ ਤਾਂ ਫਿਰ ਉਹ ਮਤਲਬ ਕਾਮਯਾਬ ਨਹੀਂ ਹੈ। ਪਰ ਚਲੋ ਖੈਰ, ਆਪਾਂ ਨੂੰ ਡਰ ਲੱਗਦਾ ਹੈਗਾ। ਉਹਨੂੰ ਵੀ ਜੇ ਤੁਸੀਂ ਦੂਰ ਕਰਨਾ ਚਾਹੁੰਦੇ ਹੈਗਾ ਤਾਂ ਨਾਲ ਇੱਕ ਹਿੰਗ 10 ਗ੍ਰਾਮ ਉਹ ਰੱਖ ਸਕਦੇ ਹੋ। ਉੱਦਾਂ ਹੀ ਪਾਣੀ ਦੇ ਨਾਲ ਮਿਹਨਤ ਨਾ ਕਰਿਓ ਵੀ ਐਵੇਂ ਛਿੜਕਾਅ ਕਰਨਾ ਜਾਂ ਆਪਾਂ ਆਹ ਕੁਝ ਕਰਨਾ। ਪਾਣੀ ਜਿੱਥੋਂ ਲੱਗਦਾ ਹੈਗਾ ਉੱਥੇ ਰੱਖ ਦਿਓ, ਆਪੇ ਭੁੱਲ ਕੇ ਉਹਨੇ ਖੇਤ 'ਚ ਪਹੁੰਚ ਜਾਣਾ ਹੈਗਾ। ਪੁੜੀ ਬੰਨ੍ਹ ਕੇ ਰੱਖ ਦਿਓ। ਹਾਂਜੀ, ਤੇ 10 ਗ੍ਰਾਮ ਕਰ ਦਿਓ। ਮਹਿੰਗੀ ਬਹੁਤ ਆਈ ਹੈ, ਬਾਹਲੀ ਨਾ ਵਰਤ। ਉਹਨੂੰ ਪੋਟਲੀ ਬੰਨ੍ਹ ਕੇ ਇਸ ਤਰ੍ਹਾਂ ਰੱਖੋ ਵੀ ਟਾਈਮ ਲੱਗੇ, ਘੱਟੋ ਘੱਟ ਘੰਟਾ 1.5 ਘੰਟਾ ਲੱਗੇ, ਕਿਉਂਕਿ ਫਟਕੜੀ ਐਡੀ ਛੇਤੀ ਘੁਲਦੀ ਨਹੀਂ ਹੈਗੀ। ਇਹਨੇ ਛੇਤੀ ਘੁਲ ਜਾਣਾ, ਇਹਨੂੰ ਪੋਟਲੀ ਬੰਨ੍ਹ ਕੇ ਰੱਖਣਾ ਪੈਂਦਾ। ਸੋ ਇਹ ਚੀਜ਼ਾਂ ਹੋ ਗਈਆਂ ਆਪਣੀ ਜ਼ਮੀਨ ਦੀ ਸਿਹਤ ਵਾਸਤੇ। ਦੂਜੀ ਗੱਲ, ਬੀਜ ਸੋਧਣਾ ਬਹੁਤ ਜ਼ਰੂਰੀ ਹੈ। ਤੀਜੀ ਗੱਲ, ਇਹ ਗੱਲ ਯਾਦ ਰੱਖਿਓ ਵੀ ਨਵਾਂ ਬੀਜ ਲੈ ਕੇ ਥੈਲੀਆਂ ਦੇ ਵਿੱਚੋਂ ਜੇ ਉਹ ਆਪਾਂ ਲਾਵਾਂਗੇ ਤਾਂ ਬਿਮਾਰੀ ਆਉਣ ਦੇ ਚਾਂਸ ਹੁੰਦੇ ਹੀ ਹੁੰਦੇ ਨੇ। ਕੋਸ਼ਿਸ਼ ਕਰੋ ਵੀ ਆਪਣਾ ਬੀਜ ਤਿਆਰ ਕਰੋ। ਜਿਹੜਾ ਆਪਣੇ ਕੋਲ ਪਹਿਲਾਂ ਬੀਜ ਪਿਆ ਹੈਗਾ ਉਹੀ ਵਰਤ ਲਓ, ਉਹਨੂੰ ਹੀ ਸੋਧ ਲਓ। ਜੇ ਉਹ 'ਚ ਬਿਮਾਰੀ ਆਉਂਦੀ ਹੈਗੀ ਤਾਂ ਕਿਤੋਂ ਹੋਰ ਜਿਹੜਾ ਜੈਵਿਕ ਖੇਤੀ ਕਰ ਉਹ ਤੋਂ ਲੈ ਲਓ, ਉਹ ਜ਼ਿਆਦਾ ਵਧੀਆ ਰਹਿੰਦਾ ਹੈਗਾ। ਬਾਜ਼ਾਰ 'ਚੋਂ ਥੈਲੀਆਂ ਭਰ ਕੇ ਆਪਾਂ ਬੀਜ ਨਾ ਲਿਆਈਏ, ਕਿਉਂਕਿ ਉਹਦੇ ਵਿੱਚ ਬਿਮਾਰੀ ਲੱਗਣ ਦੇ ਚਾਂਸ ਜ਼ਿਆਦਾ ਹੁੰਦੇ ਨੇ, ਕਿਉਂਕਿ ਉਹਨੂੰ ਤਿਆਰ ਹੀ ਕੈਮੀਕਲ ਖੇਤੀ ਨਾਲ ਕੀਤਾ ਜਾਂਦਾ। ਸੋ ਜੇ ਆਪਾਂ ਇੱਕਦਮ ਬਦਲਾਂਗੇ, ਆਪਣਾ ਥੋੜ੍ਹਾ ਜਿਹਾ ਫਰਕ ਰਹਿੰਦਾ ਹੈਗਾ। ਇਹ ਚੀਜ਼ ਅਸੀਂ ਦੇਖੀ ਹੈ ਵੈਸੇ। ਸੋ ਆਪਣਾ ਬੀਜ ਤਿਆਰ ਕਰ ਲਓ, ਬਹੁਤ ਵਧੀਆ ਰਹਿੰਦਾ ਹੈਗਾ। ਮੈਂ ਤਾਂ ਤੁਹਾਨੂੰ ਦੱਸੀ ਜਾਂਦਾ ਵੀ ਮੈਨੂੰ ਸਾਰੇ ਜਣੇ ਇਹੀ ਕਹਿੰਦੇ। ਦੂਜੀ ਗੱਲ, ਮੈਨੂੰ ਪਤਾ ਕੀ ਫੋਨ ਆਉਂਦੇ ਸੀ, ਮੈਂ ਪ੍ਰਧਾਨ ਵੀ ਰਿਹਾ PIU ਕਿਸਾਨ ਕਲੱਬ ਦਾ। ਮੈਨੂੰ ਜੀ 10 ਏਕੜ ਦਾ ਬੀਜ ਲੈ ਦਿਓ। ਉਹ ਮੈਂ ਕਿਹਾ ਨਵਾਂ ਬੀਜ ਆਇਆ, ਮਹਿੰਗਾ ਮਿਲਣਾ, ਕੀ ਕਰਨਾ ਤੁਸੀਂ, ਕਨਾਲ 2 ਕਨਾਲ ਦੀ ਗੱਲ ਕਰੋ, 10 ਏਕੜ ਦੀ ਗੱਲ ਕਿੱਥੋਂ ਕਰੀ ਜਾਂਦੇ ਹੋ। ਮੈਂ ਕਿਹਾ ਮੈਂ ਤਾਂ 2 ਸਾਲ ਤੋਂ ਪਹਿਲਾਂ ਕਦੀ ਆਪ ਨਹੀਂ ਬੀਜ ਲਿੱਤਾ। ਪਰ ਨਹੀਂ, ਹਰੇਕ ਦੇ ਦਿਮਾਗ 'ਚ ਇਹ ਬੜਿਆ ਵੀ ਨਵਾਂ ਬੀਜ ਆ, ਪਤਾ ਨਹੀਂ ਕੀ ਹੋਊਗਾ ਇਹਦੇ 'ਚ। ਸੋ ਇਹ ਭੁਲੇਖੇ ਛੱਡ ਦਿਓ, ਕੁਛ ਨਹੀਂ ਹੋਇਆ ਪੁਰਾਣੇ ਬੀਜ ਨੂੰ। ਜਿੰਨੇ ਜੈਵਿਕ ਖੇਤੀ ਵਾਲੇ ਜਿਹੜੇ ਵਿਕਦੇ ਨੇ ਹੁਣ, ਪੁਰਾਣੀਆਂ ਕਿਸਮਾਂ ਤੇ ਆ ਗਏ। ਅਸੀਂ ਜਿਹੜੀਆਂ ਹਰੀ ਕ੍ਰਾਂਤੀ ਤੋਂ ਪਹਿਲਾਂ ਵਾਲੀਆਂ ਸੀ, ਅਸੀਂ ਉਹ ਲਾਉਂਦੇ ਹਾਂ ਬੀਜ। ਬੰਸੀ ਦਾ ਵੀ ਮੈਂ ਤੁਹਾਨੂੰ ਦੱਸ ਦਿੰਦਾ, ਬੰਸੀ ਨਾਲ ਵਧੀਆ ਕਣਕਾਂ ਵੀ ਹੈਗੀਆਂ ਨੇ, ਪਰ ਬੰਸੀ ਦਾ ਕੀ ਹੈ, ਮੰਡੀਕਰਨ ਬਹੁਤ ਵਧੀਆ ਹੋਇਆ। ਜਿੱਥੋਂ ਇਹ ਚੱਲੀਆਂ ਹੈਗੀਆਂ ਨੇ, ਜਿਵੇਂ ਸੁਭਾਸ਼ ਪਾਲੇਕਰ ਹੋ ਗਏ, ਸੁਰੇਸ਼ ਸ਼ਰਮਾ ਹੋ ਗਏ, ਜਿੰਨੇ ਵੀ ਕੁਦਰਤੀ ਖੇਤੀ ਵਾਲੇ ਹੈਗੇ ਨੇ, ਮੈਂ ਵੀ ਟ੍ਰੇਨਿੰਗ ਉਹਨਾਂ ਨੇ ਲਿੱਤੀਆਂ ਜਾ ਕੇ, ਬਹੁਤ ਦਿਨ ਲਿੱਤੀਆਂ ਨੇ। ਆਪਾਂ ਤਾਂ ਹੁਣ ਕਈ ਬੰਦੇ ਘੰਟੇ ਚੱਕ ਗਏ ਹੋਣਗੇ, ਅਸੀਂ ਕਈ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੈਠੇ ਨੇ ਸੁਣਨ ਨੂੰ। ਉਹਨਾਂ ਨੇ ਕੀ ਕਿਹਾ ਸੀਗਾ ਅਸਲ ਦੇ ਵਿੱਚ, ਉਹਨਾਂ ਦੀ ਵਰਡਿੰਗ ਹੈਗੀ ਆ, ਜੇ ਸੁਭਾਸ਼ ਪਾਲੇਕਰ ਦੀ ਵੀ ਦੱਸਾਂ ਵੀ, ਜਿਵੇਂ ਸਾਡੀ ਕਿਸਮ ਹੈਗੀ ਆ ਬੰਸੀ ਪੁਰਾਣੀ, ਉਹ ਬਾਕੀ ਅੱਖਰ ਭੁੱਲ ਗਏ। ਸਾਡੀ ਕਿਸਮ ਜਿਹੜੀ ਹੈਗੀ ਹੈ ਮਹਾਰਾਸ਼ਟਰ ਦੀ, ਆਪਾਂ ਨੂੰ ਯਾਦ ਰਹਿ ਗਿਆ ਬੰਸੀ, ਆਪਾਂ ਬੰਸੀ ਲਾਉਣੀ। ਤੁਹਾਨੂੰ ਪਤਾ ਦੁਨੀਆ ਦੀ ਸਭ ਤੋਂ ਵਧੀਆ ਕਣਕ ਪੰਜਾਬ ਦੇ ਵਿੱਚ ਹੁੰਦੀ ਸੀ। ਇਹਦੇ ਉੱਤੇ ਬਹੁਤ ਸਾਰੇ ਡਾਕਟਰ ਵੰਦਨਾ ਸ਼ਿਵਾ ਬਾਰੇ ਤੁਸੀਂ ਸੁਣਿਆ ਹੋਣਾ, ਜਿਨ੍ਹਾਂ ਨੇ ਬੀਜ ਬਹੁਤ ਸੰਭਾਲ ਕੇ ਰੱਖੇ ਨੇ ਤੇ ਜਿਹੜਾ GM ਵਗੈਰਾ ਨਹੀਂ ਆਉਣ ਦਿੱਤੇ ਸੀ ਪਹਿਲਾਂ। ਉਹਨਾਂ ਦੇ ਆਰਟੀਕਲ ਦੇ ਵਿੱਚ ਲਿਖਿਆ ਹੈ ਵੀ ਜਿਹੜੀ C306 ਕਣਕ ਸੀਗੀ, ਇਹ ਦੁਨੀਆ ਦੀ ਸਭ ਤੋਂ ਵਧੀਆ ਕਣਕ, ਉਹ ਪੰਜਾਬ ਦੀ ਕਣਕ ਇੱਥੇ ਹੈਗੀ। ਹਰਿਆਣੇ 'ਚ ਹਾਲੇ ਵੀ ਚੱਲਦੀ ਹੈ। ਜਿਹੜਾ ਪੁਰਾਣਾ ਪੰਜਾਬ ਹੁੰਦਾ ਸੀ ਉਹਦੇ ਵਿੱਚ ਇਹੀ ਬੀਜੀ ਜਾਂਦੀ ਸੀ। ਹਰਿਆਣਾ ਯੂਨੀਵਰਸਿਟੀ ਵਾਲੇ ਹਾਲੇ ਵੀ ਦਿੰਦੇ ਆ। ਆਪਣੀ ਯੂਨੀਵਰਸਿਟੀ ਨੇ ਵੀ ਨਵੀਂ ਉਹਦੀ ਹੁਣ ਕਿਸਮ ਤਿਆਰ ਕੀਤੀ ਹੈ, ਉਹਦੇ ਨਾਲ ਰਲ ਕੇ PBW1 ਚਪਾਤੀ ਜਿਹਨੂੰ ਕਹਿੰਦੇ ਆ, ਹੁਣ ਰੋਟੀ ਵਾਸਤੇ ਸਪੈਸ਼ਲ ਬਣਦੀ ਹੈ। ਉਹ ਇਸ ਸਾਲ ਰਿਲੀਜ਼ ਹੋਈ ਹੈ। ਮੈਂ 3 ਸਾਲ ਤੋਂ ਮੈਂ ਉਹਦੀ ਖੇਤੀ ਕਰ ਰਿਹਾ ਹੈਗਾ।
ਬਾਕੀ ਰੋਟੀ ਬਹੁਤ ਵਧੀਆ ਬਣਦੀ ਹੈ ਉਹਦੀ। ਤੇ ਜਿਹੜੇ ਖੁਰਾਕੀ ਤੱਤ ਨੇ ਉਹ C306 ਸਭ ਤੋਂ ਵੱਧ ਨੇ। ਇਹਦੇ ਤੋਂ ਬਣੀ ਹੈ ਸ਼ਰਬਤੀ, ਇਹਦੇ ਤੋਂ ਸ਼ਰਬਤੀ ਬਣੀ ਹੈ ਜਿਹਨੂੰ MP ਦੀ ਕਣਕ ਕਹਿੰਦੇ ਆ। C306 ਸ਼ਰਬਤੀ ਦੀ ਪਿਓਰੈਸਟ ਫਾਰਮ, ਜਿਹਨੂੰ ਕਹਿੰਦੇ ਆ ਸਭ ਤੋਂ ਵਧੀਆ ਬੀਜ ਜਿਹੜਾ ਸ਼ਰਬਤੀ ਦਾ, ਉਹ C306 ਆ। ਉਹਦੇ ਤੋਂ ਬਾਅਦ ਸ਼ਰਬਤੀ ਦੀਆਂ ਹੋਰ ਕਿਸਮਾਂ ਆਈਆਂ ਨੇ ਜਿਹੜੀ MP ਤੋਂ ਆਪਾਂ ਲੈ ਕੇ ਆ ਕੇ ਖਾਂਦੇ ਹਾਂ। ਇਹਨਾਂ ਦੀ ਮਾਂ ਆ ਕਿਸਮ। ਇਹਦੇ ਤੋਂ ਹੀ ਸਾਰੀਆਂ ਵਧੀਆ ਕਿਸਮਾਂ ਬਣਦੀਆਂ, ਜਿਹੜੀ ਰੋਟੀ ਵਧੀਆ ਬਣਦੀ, ਜਿਹੜੇ ਖੁਰਾਕੀ ਤੱਤ ਵਧੀਆ ਹੋਣ। ਤੇ ਯੂਨੀਵਰਸਿਟੀ ਨੇ ਹੁਣ ਵੀ ਕੱਢੀਆਂ ਨੇ, ਪਰ ਆਪਾਂ ਇਹ ਭੁੱਲ ਜਾਂਦੇ ਹਾਂ। ਆਪਾਂ ਕਹਿੰਦੇ ਹਾਂ ਵੀ ਬਾਹਰਲੀਆਂ ਵੈਰਾਈਟੀਆਂ ਸ਼ਾਇਦ ਜ਼ਿਆਦਾ ਵਧੀਆ ਨੇ। ਹੁਣ C306 ਦੇ ਵਿੱਚ ਕਮੀਆਂ ਇਹ ਸੀਗੀਆਂ ਵੀ ਇਹਦਾ ਝਾੜ ਘੱਟ ਹੁੰਦਾ। ਤਕਰੀਬਨ ਜੇ ਜ਼ਿਆਦਾ ਮਿਹਨਤ ਨਾ ਕਰੀਏ ਤਾਂ 8-9 ਕੁਇੰਟਲ ਤੱਕ ਹੀ ਰਹਿ ਜਾਂਦੀ ਹੈ ਇਹ। 6-7 ਕੁਇੰਟਲ ਤੋਂ ਲੈ ਕੇ ਵੱਧ ਤੋਂ ਵੱਧ ਜਿਹੜਾ ਝਾੜ ਇਹਦਾ 12 ਕੁਇੰਟਲ ਤੱਕ ਆਇਆ ਹੋਇਆ। ਯੂਨੀਵਰਸਿਟੀ ਨੇ ਜਿਹੜਾ ਮੈਕਸੀਮਮ ਝਾੜ ਕੱਢਿਆ ਹੈ 16 ਕੁਇੰਟਲ ਤੱਕ ਕੱਢਿਆ ਹੋਇਆ ਇਹਦਾ। ਦੂਜਾ ਇਹਦੀ ਕਮੀ ਇਹ ਹੈ ਵੀ ਇਹਦਾ ਕੱਦ ਬਹੁਤ ਜ਼ਿਆਦਾ ਹੈਗਾ, ਬੰਦਾ ਖੜਾ ਦਿਖਦਾ ਨਹੀਂ ਵਿੱਚ, ਸੋ ਇਹ ਢਹਿਣ ਦਾ ਖਤਰਾ ਜ਼ਿਆਦਾ ਹੁੰਦਾ। ਇਹ ਨੁਕਸ ਹੈਗੇ ਨੇ ਇਹਨਾਂ ਵਿੱਚ, ਜਿੰਨੀਆਂ ਵੀ ਪੁਰਾਣੀਆਂ ਕਿਸਮਾਂ ਹੋਣਗੀਆਂ ਇਹ 'ਚ ਹੋਣਗੇ। ਸੋ ਇਸ ਕਰਕੇ ਮੈਂ ਕੋਸ਼ਿਸ਼ ਕਰਦਾ ਹੁੰਦਾ ਵੀ ਜਿਹੜੀ ਆਪਣੀ ਰੋਟੀ ਵਾਸਤੇ, ਇੱਕ ਤਾਂ ਹੁਣ ਚਲੋ ਐਤਕੀ ਨਵੀਂ ਵੈਰਾਈਟੀ ਹੈਗੀ, ਨਹੀਂ ਤਾਂ 550 ਵੈਰਾਈਟੀ ਜਿਹੜੀ ਚੱਲਦੀ ਸੀ ਬਹੁਤ ਵਧੀਆ ਉਹਦੀ ਰੋਟੀ ਬਣਦੀ। ਸੋ ਕਣਕ ਦੇ ਵਿੱਚ ਤਾਂ ਇਹ ਆ ਗਿਆ। ਤੀਜਾ ਹੁਣ ਆਪਾਂ ਜੇ ਥੋੜਾ ਜਿਹਾ ਹੋਰ ਕਿਸੇ ਦਾ ਕੋਈ ਸਵਾਲ ਹੋਵੇ ਫਿਰ ਆਪਾਂ ਅੱਗੇ ਚੱਲਦੇ ਹਾਂ। ਹੋਰ ਫਸਲਾਂ ਦੀ ਵੀ ਗੱਲ ਕਰ ਲੈਂਦੇ ਆਪਾਂ ਥੋੜਾ ਬਹੁਤਾ। ਬੀਜ ਤਾਂ ਕਦੀ ਖਤਮ ਨਹੀਂ ਹੁੰਦਾ। ਜਿਹੜੇ ਮੈਂ ਦੱਸਦਾ ਜੀ ਤੁਹਾਨੂੰ ਹੁੰਦਾ ਕੀ ਆ, ਜਿਹੜਾ ਆਪਾਂ ਕਹਿੰਦੇ ਹੁੰਦੇ ਆ ਵੀ ਬੀਜ ਆਪਾਂ ਨੂੰ ਬਦਲਣਾ ਚਾਹੀਦਾ 2-3 ਸਾਲ ਬਾਅਦ। ਕਿਉਂ ਬਦਲਣਾ ਚਾਹੀਦਾ? ਕੋਈ ਹੁੰਦਾ ਵੀ ਇੱਕੋ ਤਰ੍ਹਾਂ ਦਾ ਆਪਾਂ ਬੀਜ ਲਾਈ ਜਾਂਦੇ, ਉਹਦੇ ਵਿੱਚ ਕਈ ਬਿਮਾਰੀਆਂ ਆ ਜਾਂਦੀਆਂ, ਕੋਈ ਮਿਕਸ ਹੋ ਜਾਂਦਾ, ਕੋਈ ਹੋ ਜਾਂਦਾ। ਉਹ ਵੀ ਆਪਾਂ ਨੂੰ ਸਿੱਖਣਾ ਪਊ। ਸੀਡ ਸਿਲੈਕਸ਼ਨ ਕਹਿੰਦੇ ਆ ਉਹਨੂੰ। ਜਿਹੜੇ ਬੰਦੇ ਸੀਡ ਤਿਆਰ ਕਰਦੇ ਨੇ, ਇਹਨੇ ਨਵਾਂ ਉਹ ਕਿਤੋਂ ਨਵਾਂ ਬੀਜ ਲੈ ਕੇ, ਲੈਬੋਰਟਰੀ ਚੋਂ ਲੈ ਕੇ, ਜਾਂ ਕੁਛ ਆਲੂਆਂ ਦਾ ਵੀ ਜਿਵੇਂ ਅੱਜ ਕੱਲ੍ਹ ਹੁੰਦਾ ਵੀ ਆਪਾਂ ਹਿਮਾਚਲ ਤੋਂ ਲੈ ਕੇ ਇੱਥੇ ਤਿਆਰ ਕਰਦੇ ਹਾਂ, ਜਲੰਧਰ ਦੇ ਵਿੱਚ ਹੁੰਦਾ, ਉਸ ਤੋਂ ਬਾਅਦ ਅੱਗੇ ਤਿਆਰ ਕਰਦੇ ਹਾਂ। ਉਹ ਗੱਲ ਕੀ ਹੁੰਦੀ ਹੈ, ਇਹੀ ਚੀਜ਼ ਤੁਸੀਂ ਆਪਣੇ ਖੇਤ ਦੇ ਵਿੱਚ ਵੀ ਕਰ ਸਕਦੇ ਹੋ। ਜਦੋਂ ਤੁਸੀਂ ਇੱਕ ਫਸਲ ਬੀਜਤੀ ਹੈਗੀ ਹੈ, ਉਹਦੇ ਵਿੱਚ ਤੁਹਾਨੂੰ ਲੱਗ ਰਿਹਾ ਵੀ ਆਹ ਬੂਟਾ ਬਹੁਤ ਵਧੀਆ ਹੈਗਾ, ਜਿਹੜੇ ਬੂਟੇ ਦੇ ਵਿੱਚ ਸਾਰੀਆਂ ਮੁੰਜਰਾਂ ਦੇ ਵਿੱਚ ਦਾਣੇ ਹੋਣ, ਬੂਟਾ ਸਿਹਤਮੰਦ ਹੋਵੇ, ਉਹ ਬੂਟੇ ਤੇ ਕੋਈ ਨਿਸ਼ਾਨੀ ਲਾ ਲਓ, ਕੋਈ ਧਾਗਾ ਹੀ ਬੰਨ ਲਓ ਉਹਦੇ ਉੱਤੇ, 15-20 ਬੂਟੇ ਰੱਖ ਲਓ, ਜਿਹੜਾ ਤੁਹਾਨੂੰ ਸ਼ੁਰੂ ਤੋਂ ਲੈ ਕੇ ਤੁਹਾਨੂੰ ਪਤਾ ਵੀ ਸਿਹਤਮੰਦ ਆ। ਕਿਉਂਕਿ ਜਿਹੜਾ ਬੰਦਾ ਖੇਤਾਂ 'ਚ ਕੀੜੇ ਮਾਰਦਾ ਉਹਨੂੰ ਪਤਾ ਹੀ ਹੁੰਦਾ ਵੀ ਆਹ ਬੂਟੇ ਮੇਰੇ ਸਿਹਤਮੰਦ ਨੇ, ਇੱਧਰ ਨਹੀਂ ਹੈਗੇ। ਉਹਨੂੰ ਤੁਸੀਂ ਬੂਟੇ ਨੂੰ ਬਾਕੀ ਜਿਹੜਾ ਵਾਢੀ ਹੁੰਦੀ ਹੈ ਉਸ ਤੋਂ ਥੋੜਾ ਜਿਹਾ 2 ਦਿਨ ਪਹਿਲਾਂ, 4 ਦਿਨ ਪਹਿਲਾਂ ਉਹਨੂੰ ਵੱਢ ਕੇ ਸਣੇ ਮੁੰਜਰਾ ਰੱਖ ਲਓ। ਉਹਨੂੰ ਉਦਾਂ ਹੀ ਰੱਖੋ, ਚਾਹੇ ਛੱਤ ਨਾਲ ਟੰਗ ਦਿਓ ਜਾਂ ਕਿਤੇ ਟੰਗ ਦਿਓ, ਵੀ ਹਵਾ ਲੱਗਦੀ ਰਹੇ। ਮੁੰਜਰਾ ਸਣੇ ਦਾਣੇ ਨਹੀਂ ਕੱਢਣੇ ਵਿੱਚੋਂ। ਅਗਲੇ ਸਾਲ ਉਹ ਤੁਹਾਡਾ ਵਧੀਆ ਬੀਜ ਤਿਆਰ, ਮਿਆਰੀ ਬੀਜ ਨੂੰ ਕਹਿੰਦੇ ਆਪਾਂ। ਖੇਤਾਂ ਦਾ ਫਰਕ ਪੈਂਦਾ ਜੀ, ਬਿਲਕੁਲ ਪੈਂਦਾ। ਬਿਲਕੁਲ, ਇਹ ਤਾਂ ਹਰ ਚੀਜ਼ ਦਾ ਫਰਕ ਪੈਣਾ ਜੀ। ਇਕੱਲੇ ਇੱਕ ਖੇਤ ਦੇ ਵਿੱਚ ਕਈ ਤਰ੍ਹਾਂ ਦੀ ਜ਼ਮੀਨ ਮਿੱਟੀ ਹੁੰਦੀ। ਹਾਂਜੀ, ਦੂਜਾ ਆਪਾਂ ਫਰਕ ਇਹ ਰੱਖਣਾ ਕਿ ਇਸੇ ਕਰਕੇ ਮੈਂ ਤੁਹਾਨੂੰ ਕਿਹਾ ਕਿ ਵੀ ਮੈਂ ਜਿਹੜਾ ਕੋਸ਼ਿਸ਼ ਕਰਦਾ ਹੁੰਦਾ ਵੀ ਜ਼ਮੀਨ ਦੇ ਵਿੱਚ ਖਾਦ ਪਾਉਣ ਨਾਲੋਂ ਬੂਟੇ ਨੂੰ ਖੁਰਾਕ ਦਿਓ। ਤੁਹਾਨੂੰ ਇਸੇ ਕਰਕੇ ਸਪਰੇਅ ਦੀ ਵੀ ਗੱਲ ਦੱਸੀ ਹੈ। ਜਿੰਨਾ ਆਪਾਂ ਬੂਟੇ ਦੇ ਉੱਤੇ ਮਿਹਨਤ ਕਰਾਂਗੇ ਉਨਾ ਆਪਾਂ ਨੂੰ ਜ਼ਿਆਦਾ ਫਾਇਦਾ ਹੋਊਗਾ। ਤੀਜੀ ਗੱਲ ਕੀ ਹੋਊਗੀ, ਮੈਂ ਤੁਹਾਨੂੰ ਇੱਕ ਪਹਿਲਾਂ ਗੱਲ ਦੱਸੀ ਸੀ ਵੀ ਜ਼ਮੀਨ ਨੂੰ ਬਾਹਲੀ ਵਾਹ-ਵਹਾਈ ਨਹੀਂ ਕਰਨੀ ਹੈਗੀ। ਉਹਦਾ ਵੀ ਕਾਰਨ ਇਹ ਸੀ ਵੀ ਜ਼ਮੀਨ ਨੂੰ ਜ਼ਿਆਦਾ ਤੰਗ ਨਾ ਕਰੋ, ਕੁਦਰਤ ਨੂੰ ਆਪਣਾ ਕੰਮ ਕਰਨ ਦਿਓ, ਤੁਸੀਂ ਬੂਟੇ ਨੂੰ ਖੁਰਾਕ ਦਿਓ। ਜੇ ਆਪਾਂ ਸਪਰੇਅ ਵੱਲ, ਜਿਹੜੀ ਮੈਂ ਤੁਹਾਨੂੰ ਦੱਸਿਆ ਸੀ ਵੀ ਆਪਾਂ ਪਾਥੀਆਂ ਦੇ ਪਾਣੀ ਦੀ ਹੋ ਗਈ, ਵਰਮੀ ਵਾਸ਼ ਹੋ ਗਈ, ਜਾਂ ਆਪਾਂ ਫਰੂਟ ਐਨਜ਼ਾਈਮ ਦਾ ਵੀ ਸਪਰੇਅ ਕਰ ਦਾਂਗੇ, ਉਹ ਸਿੱਧਾ ਬੂਟੇ ਨੂੰ ਲੱਗੂਗੀ। ਜ਼ਮੀਨ ਨੂੰ ਆਪਾਂ ਤੰਗ ਨਹੀਂ ਕੀਤਾ ਹੈਗਾ, ਉਨਾ ਹੀ ਜ਼ਿਆਦਾ ਫਾਇਦਾ ਰਹੂਗਾ। ਉਨੀ ਛੇਤੀ ਆਪਣੀ ਜ਼ਮੀਨ ਦੇ ਵਿੱਚ ਤਬਾਦਲਾ ਹੋਊਗਾ ਵੀ ਜਿਹੜਾ ਆਪਾਂ ਕਹਿੰਦੇ ਆ ਵੀ ਜੈਵਿਕ ਮੱਦ ਦੀ ਕਮੀ ਆ ਗਈ, ਆਰਗੈਨਿਕ ਮੈਟਰ ਜਿਹਨੂੰ ਕਹਿੰਦੇ ਹੈਗੇ ਆ, ਵੀ ਜ਼ਮੀਨ ਦੇ ਵਿੱਚ ਜੈਵਿਕ ਮਾਦਾ ਉਨਾ ਜ਼ਿਆਦਾ ਵਧੂਗਾ। ਜਿੰਨੀ ਫਸਲ ਦੀ ਰਹਿੰਦ ਖੂੰਹਦ ਵਿੱਚ ਜਾਊਗੀ, ਇਹ ਸਭ ਕੁਝ ਜਾਊਗਾ। ਤੇ ਇੱਕ ਜਿਹੜਾ ਸਭ ਤੋਂ ਮੇਨ ਚੀਜ਼ ਹੈਗੀ ਹੈ ਵੀ ਆਪਾਂ ਜਿਹੜਾ ਜੀਵ ਅੰਮ੍ਰਿਤ ਜਿਹਨੂੰ ਕਹਿੰਦੇ ਆ, ਇਹ ਕੋਸ਼ਿਸ਼ ਕਰੋ ਵੀ ਮਹੀਨੇ ਦੇ ਵਿੱਚ ਜਾਂ 1.5 ਮਹੀਨੇ ਦੇ ਵਿੱਚ ਇੱਕ ਵਾਰ ਲਾਉਣਾ ਹੀ ਲਾਉਣਾ ਫਸਲ ਨੂੰ। ਤੁਸੀਂ ਜੈਵਿਕ ਖੇਤੀ ਕਰਦੇ ਹੋ ਜਾਂ ਨਹੀਂ ਕਰਦੇ, ਉਹਦਾ ਕੋਈ ਮਤਲਬ ਨਹੀਂ। ਤੁਸੀਂ ਖਾਦਾਂ ਵੀ ਪਾਉਂਦੇ ਹੋ ਤਾਂ ਵੀ ਜੀਵ ਅੰਮ੍ਰਿਤ ਵਰਤ ਕੇ ਦੇਖਿਓ, ਤੁਹਾਡੀ ਜ਼ਮੀਨ ਦੀ ਸਿਹਤ ਹਮੇਸ਼ਾ ਵਧੀਆ ਰਹੂ। ਉਹਦਾ ਫਾਰਮੂਲਾ ਵੀ ਇਹਦੇ ਵਿੱਚ ਦਿੱਤਾ ਹੋਇਆ। ਦੇਖੋ, ਗੱਲਾਂ ਤੁਹਾਨੂੰ ਮੈਂ ਆਹੀ ਦੱਸਣੀਆਂ ਨੇ। ਮੈਂ ਤੁਹਾਨੂੰ ਇੱਕ ਹੋਰ ਹਾਸੇ ਵਾਲੀ ਗੱਲ ਦੱਸਾਂ
ਗੱਲਾਂ ਆਪਾਂ ਨੂੰ ਸਾਰੀਆਂ ਪਤਾ ਹੁੰਦੀਆਂ ਨੇ, ਜਦੋਂ ਕੋਈ ਹੋਰ ਦੱਸਦਾ ਨਾ ਫਿਰ ਆਪਾਂ ਨੂੰ ਲੱਗਦਾ ਯਾਰ ਸਹੀ ਕਹਿ ਰਿਹਾ ਹੈ। ਗੱਲਾਂ ਉਹੀ ਨੇ ਸਾਰੀਆਂ, ਅਸੀਂ ਵੀ ਇਹੀ ਸਿੱਖਦੇ ਹੁੰਦੇ ਹਾਂ ਵੀ ਕਈ ਵਾਰ ਨਾ ਸਾਰਾ ਦਿਨ ਜਾ ਕੇ ਸਾਨੂੰ ਗੱਲ ਕੁਝ ਨਹੀਂ ਪੱਲੇ ਪੈਂਦੀ ਹੈਗੀ, ਫਿਰ ਅਸੀਂ ਉਹਦੇ ਗਏ ਕੀ ਕਰਨ ਸੀਗੇ। ਮੈਂ ਉਹੀ ਗੱਲ ਕਰਦਾ, ਆਪਾਂ ਸਾਰੇ ਤਜਰਬੇ ਆਪ ਕੀਤੇ ਹੋਏ ਨੇ, ਸਿਰਫ ਇਹ ਗੱਲਾਂ ਨੂੰ ਧਿਆਨ ਦੇਣ ਦੀ ਲੋੜ ਹੈ। ਜਿਹੜੀ ਤੁਹਾਡੇ ਕੋਲ ਕਿਤਾਬ ਹੈਗੀ ਹੈ ਜ਼ਰੂਰ ਪੜ੍ਹੋ, ਇਹ 'ਚ ਬਹੁਤ ਛੋਟਾ ਤੇ ਬਹੁਤ ਵਿਸਥਾਰ ਨਾਲ ਸਭ ਕੁਝ ਦੱਸਿਆ ਹੋਇਆ ਹੈਗਾ। ਕਿਸੇ ਵੀ ਫਸਲ ਨੂੰ ਜੋ ਦੱਸਣਾ ਹੈਗਾ ਸੁਧਣਾ ਆਪਾਂ ਉਸੇ ਤਰੀਕੇ ਨਾਲ, ਬੀਜ ਕਿਵੇਂ ਤਿਆਰ ਕਰਨਾ ਹੈਗਾ ਉਹਦੇ ਵੀ ਅੱਡ ਆਪਾਂ ਕਦੀ ਵੀ ਜੇ ਲੋੜ ਪਵੇ ਟ੍ਰੇਨਿੰਗ ਵੀ ਲਾ ਸਕਦੇ ਹੈਗੇ ਆ। ਜ਼ਮੀਨ ਦੀ ਸਿਹਤ ਬਣਾਉਣੀ ਹੈਗੀ ਹੈ, ਫਸਲ ਨੂੰ ਖੁਰਾਕ ਜ਼ਰੂਰ ਦੇਣੀ ਹੈਗੀ ਆ। ਤੇ ਤੁਹਾਨੂੰ ਮੈਂ ਸਿੱਧੀ ਗੱਲ ਦੱਸਾਂ, ਜਿਵੇਂ ਕਹਿ ਰਿਹਾ ਹੈਗਾ ਵੀ ਆਹ ਖੱਟੀ ਲੱਸੀ ਵਿੱਚ ਮੈਂ ਅੱਜ ਤੱਕ ਸਪਰੇਅ ਨਹੀਂ ਕੀਤੀ ਹੈਗੀ, ਲੋੜ ਨਹੀਂ ਪਈ ਹੈਗੀ। ਜੇ ਸਾਡੇ ਕਦੀ ਨੁਕਸਾਨ ਹੋ ਵੀ ਜਾਵੇ ਕਿਸੇ ਬੂਟੇ ਨੂੰ, ਅਸੀਂ ਉਹਨੂੰ ਫਿਰ ਖੁਰਾਕ ਦਿੰਦੇ ਹਾਂ। ਇਹ ਕੀਟ ਸਾਕਸ਼ਰ ਦੀਆਂ ਕਲਾਸਾਂ ਅਸੀਂ ਲਾਵਾਂਗੇ, ਆਨਲਾਈਨ ਵੀ ਲਾਉਂਦੇ ਹੈਗੇ। ਜੇ ਕੋਈ ਗਰੁੱਪ ਹੈ ਮੈਂ ਇੱਥੇ ਵੀ ਮੈਸੇਜ ਪਾ ਦੂੰਗਾ, ਅਸੀਂ ਪਾਉਂਦੇ ਵੀ ਰਹਿੰਦੇ ਹੈਗੇ। ਜਿਹੜਾ ਇੱਥੇ ਨਵਾਂ ਸ਼ਹਿਰ ਦਾ ਵੀ ਹੁਣ ਗਰੁੱਪ ਬਣਿਆ ਹੈਗਾ ਉਹਦੇ ਵਿੱਚ ਵੀ ਹੈਗਾ, ਉਹਦੇ ਵਿੱਚ ਅਲੱਗ-ਅਲੱਗ ਆਨਲਾਈਨ ਕਲਾਸਾਂ ਵੀ ਲੱਗਦੀਆਂ। ਉਹ 'ਚ ਅਸੀਂ ਇਹੀ ਦੱਸੀਦਾ ਹੈਗਾ ਵੀ ਤੁਸੀਂ ਕੀੜਿਆਂ ਤੋਂ ਡਰਨ ਦੀ ਲੋੜ ਨਹੀਂ, ਜੇ ਕੋਈ ਨੁਕਸਾਨ ਵੀ ਹੋ ਜਾਏ ਤਾਂ ਬੂਟੇ ਨੂੰ ਖੁਰਾਕ ਦੇਵੋਗੇ ਤਾਂ ਕਿ ਉਹਦੀ ਭਰਪਾਈ ਹੋ ਜਾਵੇ। ਜਿਵੇਂ ਆਮ ਤੌਰ ਤੇ ਪਹਿਲਾਂ ਕਹਿੰਦੇ ਹੁੰਦੇ ਵੀ ਤੁਹਾਡੀ ਸਿਹਤ ਚੰਗੀ ਹੋਣੀ ਚਾਹੀਦੀ ਹੈ, ਆ ਪਿੱਛੇ ਜੇ ਹੁਣ ਜਿਵੇਂ ਕਰੋਨਾ ਕਰਕੇ ਸਾਰਾ ਕੁਝ ਬੰਦ ਸੀ, ਕਹਿੰਦੇ ਇਮਿਊਨਿਟੀ ਤਕੜੀ ਹੋਣੀ ਚਾਹੀਦੀ ਹੈ, ਤੁਹਾਡਾ ਸਰੀਰ ਅੰਦਰੋਂ ਤਕੜਾ ਹੋਣਾ ਚਾਹੀਦਾ ਤਾਂ ਕਿ ਬਿਮਾਰੀ ਦਾ ਟਾਕਰਾ ਕਰ ਸਕੋ। ਸੋ ਬੂਟੇ ਨੂੰ ਇੰਨਾ ਸਿਹਤਮੰਦ ਰੱਖੋ ਵੀ ਬਿਮਾਰੀ ਦਾ ਟਾਕਰਾ ਆਪ ਕਰ ਸਕੇ, ਨਾ ਕੀੜਿਆਂ ਤੋਂ ਕੁਝ ਹੋਵੇ ਉਹਨੂੰ ਨੁਕਸਾਨ, ਨਾ ਕਿਸੇ ਬਿਮਾਰੀ ਤੋਂ ਨੁਕਸਾਨ ਹੋਵੇ। ਇਹ ਚੀਜ਼ ਆਪਾਂ ਜ਼ਰੂਰ ਦੇਖਣੀ ਹੈਗੀ ਹੈ। ਇਹੀ ਜੈਵਿਕ ਖੇਤੀ ਹੈ, ਇਹੀ ਕੁਦਰਤੀ ਖੇਤੀ ਹੈ, ਕੁਛ ਨਵਾਂ ਨਹੀਂ ਹੈਗਾ, ਸਿਰਫ ਆਪਾਂ ਥੋੜੇ ਤਰੀਕੇ ਬਦਲਣੇ। ਹੋਰ ਆਪਾਂ ਕਿਸੇ ਫਸਲ ਬਾਰੇ ਗੱਲ ਕਰੀਏ ਜਾਂ ਆਪਾਂ ਇੱਥੇ ਅੱਗੇ ਹੋਰ ਵਧੀਏ ਕੁਛ ਹੋਰ ਟੌਪਿਕ? ਮੈਂ ਉਹੀ ਕਹਿੰਦਾ ਵੀ ਆਪਾਂ ਥੋੜਾ ਇੰਟਰੈਕਸ਼ਨ ਆਪ ਜ਼ਿਆਦਾ ਕਰਦੇ ਹਾਂ ਕਿਉਂਕਿ ਸਮਾਂ ਵੀ ਕਾਫੀ ਹੋ ਗਿਆ। ਦੇਖੋ ਜੀ, ਸਾਡਾ ਤਜਰਬਾ ਹੈਗਾ, ਅਸੀਂ ਤਾਂ 2 ਕੁਆਂਟਲ ਤੋਂ ਲੈ ਕੇ 5 ਕੁਆਂਟਲ ਤੱਕ ਵੱਧ ਤੋਂ ਵੱਧ ਪਾਈ ਹੈ 1 ਕਿੱਲੇ। ਕੋਈ ਵੱਧ ਵੀ ਰਿਕਮੈਂਡ ਕਰਦਾ ਹੈਗਾ, ਪਰ ਮੈਂ ਇੱਕੋ ਹੀ ਗੱਲ ਕਹੂੰਗਾ, ਜੇ ਗੰਡੋਆ ਖਾਦ ਵੀ ਤੁਸੀਂ ਵਰਤਣੀ ਹੈਗੀ ਆ, ਆਪਣੀ ਯੂਨਿਟ ਲਾਓ ਫਿਰ ਵਰਤਿਓ, ਬਾਜ਼ਾਰੋਂ ਖਰੀਦ ਕੇ ਨਾ ਵਰਤਿਓ, ਐਵੇਂ ਨਾ ਖਰਚਾ ਵਧਾਓ। ਗੱਲ ਤਾਂ ਇਹ ਹੈ ਵੀ ਜਿੰਨੇ ਆਪਾਂ ਪੈਸੇ ਬਚਾਵਾਂਗੇ ਉਨਾ ਹੀ ਮੁਨਾਫਾ ਹੈਗਾ। ਮੈਂ ਤੁਹਾਨੂੰ ਕੋਈ ਚੀਜ਼ ਨਹੀਂ ਦੱਸੀ ਹੈਗੀ, ਮੈਂ ਵੱਧ ਤੋਂ ਇੱਕ ਨਿੰਮ ਦਾ ਤੇਲ ਦੱਸਿਆ, ਇੱਕ ਡਰਮ ਦੱਸਿਆ ਜਿਹੜਾ ਬਾਜ਼ਾਰੋਂ ਖਰੀਦਣਾ, ਹੋਰ ਕੁਝ ਨਹੀਂ ਖਰੀਦਣਾ, ਕੁਛ ਨਹੀਂ ਖਰੀਦਣ ਦੀ ਲੋੜ। ਮੇਨ ਤਾਂ ਆਪਾਂ ਕਾਮਯਾਬ ਹੀ ਤਾਂ ਹੋਵਾਂਗੇ ਜੇ ਆਪਾਂ ਖਰਚਾ ਘਟਾਵਾਂਗੇ, ਮੁਨਾਫਾ ਹੀ ਹੈ ਨਾ ਉਹ ਇੱਕ ਤਰ੍ਹਾਂ ਦਾ। ਬਿਲਕੁਲ ਗੱਲ ਸਕਦੇ ਹਾਂ ਜੀ, ਇਹਦੇ ਵਿੱਚ ਨਿੰਮ ਅਸਤਰ ਵੀ ਦੱਸਿਆ ਹੋਇਆ ਕਿਤਾਬ ਦੇ ਵਿੱਚ, ਸਾਰਾ ਕੁਝ ਦੱਸਿਆ ਹੋਇਆ। ਮੈਂ ਉਹੀ ਹੁਣ ਦੇਖ ਰਿਹਾ ਸੀ, ਪੜ੍ਹ ਰਿਹਾ ਸੀਗਾ, ਜਦੋਂ ਮੈਨੂੰ 5 ਮਿੰਟ ਮਿਲੇ ਸੀਗੇ, ਵਿੱਚ ਕਾਫੀ ਕੁਝ ਦੱਸਿਆ ਹੋਇਆ, ਬਹੁਤ ਵਧੀਆ। ਨਿੰਮ ਅਸਤਰ ਵੀ ਹੈਗਾ, ਸਾਰਾ ਕੁਝ ਹੈਗਾ, ਤੁਸੀਂ ਇਹਨੂੰ ਧਿਆਨ ਨਾਲ ਪੜ੍ਹੋ। ਅਗਨੀ ਅਸਤਰ, ਖੱਟੀ ਲੱਸੀ, ਨਿੰਮ ਅਸਤਰ, ਗੁੜ ਜਲ ਅੰਮ੍ਰਿਤ, ਇਹ ਵੀ ਬਹੁਤ ਵਧੀਆ। ਗੁੜ ਜਲ ਅੰਮ੍ਰਿਤ ਵੀ ਬਹੁਤ ਵਧੀਆ ਚੀਜ਼ ਆ ਜੀਵਾਣੂਆਂ ਦੀ, ਖਾਸ ਕਰਕੇ ਇਹਦੇ ਵਾਸਤੇ। ਸੋ ਮੇਰੇ ਖਿਆਲ ਨਾਲ ਹੁਣ ਆਪਾਂ ਥੋੜਾ ਲੇਟ ਹੋ ਗਏ ਆ, ਆਪਾਂ ਟਾਈਮ ਜ਼ਿਆਦਾ ਨਾ ਲਾਈਏ। ਜੇ ਕਿਸੇ ਹੋਰ ਦਾ ਸਵਾਲ ਜੋ ਹੈਗਾ ਤਾਂ ਜ਼ਰੂਰ ਪੁੱਛੀਏ। ਜਿੰਨੇ ਵੀ ਆਪਣੇ ਧਾਤੂ ਦੇ ਕੋਈ ਵੀ ਚੀਜ਼ਾਂ ਹੈਗੀਆਂ ਨੇ, ਇਹ ਰਿਐਕਟ ਕਰਦੀਆਂ ਆਪਸ। ਜਦੋਂ ਆਪਾਂ ਉਹਦੇ ਵਿੱਚ ਕੁਝ ਪਾਉਂਦੇ ਹੈਗੇ ਆ ਨਾ, ਉਹਦਾ ਅਸਰ ਵਿੱਚ ਰਹਿ ਜਾਂਦਾ। ਉਹ ਪਲਾਸਟਿਕ ਦੇ ਵਿੱਚ ਉਹ ਅਸਰ ਨਹੀਂ ਆਉਂਦਾ ਹੈਗਾ। ਉਹ ਜਿਹੜੇ ਆਪਾਂ ਜੀਵਾਣੂ ਹੁੰਦੇ ਨੇ, ਜੀਵਾਣੂ ਨੂੰ ਮਾਰ ਦਿੰਦਾ ਉਹ, ਕਿਉਂਕਿ ਆਪਾਂ ਨੂੰ ਜੀਵਾਣੂ ਚਾਹੀਦੇ ਨੇ। ਸੋ ਜੀਵਾਣੂ ਉਹਦੇ ਵਿੱਚ ਮਰ ਜਾਂਦੇ, ਆਕਸੀਜਨ ਵਗੈਰਾ ਇਹ 'ਚ ਮਿਲਦਾ ਨਹੀਂ ਹੈਗਾ। ਜੇ ਮਿੱਟੀ ਦਾ ਬਰਤਨ ਵਰਤੋਗੇ ਤਾਂ ਉਸ ਤੋਂ ਬਹੁਤ ਵਧੀਆ ਗੱਲ ਆ, ਪਰ ਆਪਣੇ ਕੋਲ ਇੰਨਾ ਵੱਡਾ ਹੁੰਦਾ ਨਹੀਂ ਕਈ ਵਾਰ। ਜਿਵੇਂ ਘੜੇ ਹੁੰਦੇ, ਛੋਟੇ ਹੁੰਦੇ ਨੇ, ਉਹਦੇ ਵਿੱਚ ਥੋੜੀ ਜ਼ਿਆਦਾ ਮਿਹਨਤ ਕਰਨੀ ਪੈਣੀ, ਉਹ ਜ਼ਿਆਦਾ ਵਧੀਆ ਨੇ, ਪਰ ਉਹਨਾਂ ਫਿਰ ਮਿਹਨਤ ਆਪਾਂ ਨੂੰ ਕਰਨੀ ਪੈਂਦੀ ਹੈ, ਟੁੱਟਣ ਦਾ ਖਤਰਾ ਹੁੰਦਾ। ਪਰ ਰੱਖਾਂਗੇ ਕਿਵੇਂ ਇੰਨੇ ਜ਼ਿਆਦਾ ਘੜੇ, ਉਸ ਕਰਕੇ ਡਰਮ ਮੈਂ ਕਿਹਾ। ਜਿਹੜਾ ਲੋਹਾ ਤਾਂਬਾ ਹੁੰਦਾ, ਇਹ ਇੱਕ ਗਰੋਥ ਪ੍ਰਮੋਟਰ ਦਾ ਕੰਮ ਕਰਦਾ ਹੈ ਖੱਟੀ ਲੱਸੀ ਦੇ ਵਿੱਚ। ਤੁਹਾਡੀ ਫਸਲ ਦੀ ਹੋਰ ਜ਼ਿਆਦਾ ਗਰੋਥ ਵਧਾ ਦਿੰਦਾ ਹੈਗਾ। ਪਰ ਜਿਹੜਾ ਖੱਟੀ ਲੱਸੀ ਦੇ ਵਿੱਚ ਜਿਹੜੇ ਜੀਵਾਣੂ ਹੁੰਦੇ ਨੇ ਉਹਨਾਂ ਨੂੰ ਮਾਰਦਾ, ਤੇ ਆਪ ਜ਼ਹਿਰੀ ਬਣ ਜਾਂਦਾ। ਬਹੁਤ ਲੋਕੀ ਵਰਤਦੇ ਨੇ, 1 ਸਾਲ ਮੈਂ ਵੀ ਵਰਤਿਆ। ਮੁੜ ਕੇ ਜਦੋਂ ਮੈਨੂੰ ਪਤਾ ਲੱਗ ਗਿਆ ਵੀ ਉਹ ਤਾਂ ਕੈਮੀਕਲ ਹੀ ਬਣ ਗਿਆ, ਫਿਰ ਆਪਣੀ ਜੈਵਿਕ ਖੇਤੀ ਕਾਹਦੀ ਰਹੀ। ਇਸ ਕਰਕੇ ਮੈਂ ਉਸ ਤੋਂ ਬਾਅਦ ਛੱਡਤਾ ਸੀਗਾ। ਕਾਫੀ ਸਾਲ ਹੋ ਗਏ, ਮੈਨੂੰ 7-8 ਸਾਲ ਪਹਿਲਾਂ ਵਰਤਿਆ ਸੀ ਕਿਤੇ। ਮੈਂ ਪਿੰਗਲਵਾੜੇ ਵਾਲਿਆਂ ਨੇ ਵੀ ਲਿਖਿਆ ਹੋਇਆ ਸੀਗਾ, ਉਹਨਾਂ ਦੀ ਕਿਤਾਬ ਦੇ ਵਿੱਚੋਂ ਦੇਖਿਆ ਸੀਗਾ, ਮਾਸਟਰ ਰਾਜਵੀਰ ਉਹਨਾਂ ਤੋਂ। ਬਿਲਕੁਲ ਪਾ ਸਕਦੇ ਹਾਂ ਜੀ। ਵੈਸੇ ਕੋਸ਼ਿਸ਼ ਇਹ ਕਰਿਆ ਕਰੋ ਵੀ ਜੇ ਤੁਹਾਨੂੰ ਖੱਟੀ ਲੱਸੀ ਦੀ ਲੋੜ ਹੈਗੀ ਹੈ, ਖੱਟੀ ਲੱਸੀ ਨਾਲ ਕੀ ਹੁੰਦਾ, ਇੱਕ ਤਾਂ ਤੁਹਾਡੇ ਜਿਹੜੇ ਬੀਜ ਦੇ ਵਿੱਚ ਚਮਕ ਵੀ ਆਊਗੀ ਜਦੋਂ ਆਪਾਂ ਨਸਾਰੇ ਤੇ ਹੁੰਦੀ ਫਸਲ, ਉਦੋਂ ਜੇ ਕਰਾਂਗੇ। ਦੂਜੀ ਗੱਲ ਆ ਵੀ ਉੱਲੀ ਨਾਸ਼ਕ ਹੁੰਦਾ, ਕੋਸ਼ਿਸ਼ ਕਰੋ ਵੀ ਨਾ ਹੀ ਕੁਝ ਪਾਈਏ। ਜੇ ਲੱਸੀ ਕਰ ਦੋਗੇ ਜ਼ਿਆਦਾ ਵਧੀਆ ਰਹੂਗਾ। ਲੋਕਾਂ ਨੇ 6-6 ਮਹੀਨੇ ਪੁਰਾਣੀ ਵੀ ਰੱਖੀ ਹੋਈ ਹੈ,
ਪਰ ਗੱਲ ਇਹ ਆ ਵੀ ਉਸ ਤੋਂ ਬਾਅਦ ਐ ਹੁੰਦਾ ਵੀ ਉਹ ਉੱਥੇ ਡਰਮ ਖੋਲੋਗੇ ਨਾ, ਇੱਥੇ ਤੱਕ ਮੁਸ਼ਕ ਆਊ। ਤੇ ਜਿਹੜਾ ਬੰਦਾ ਸਪਰੇਅ ਕਰਦਾ ਹੁੰਦਾ 2 ਦਿਨ ਉੱਤੇ ਮੁਸ਼ਕ ਨਹੀਂ ਜਾਂਦੀ। ਮੈਂ ਦੱਸਦਾ ਜੀ, ਥੋੜਾ ਜਿਹਾ ਤਿਆਰੀ ਕਰੋ ਜੇ ਲੋੜ ਹੈਗੀ ਆ ਤਾਂ ਤੁਸੀਂ। ਹਾਂ, ਹੌਲੀ ਹੌਲੀ ਸ਼ੁਰੂ ਕਰੋ, ਇਕੱਠੀ ਕਰੀ ਚਲੋ, ਅੱਡ ਡਰਮ ਚ ਲਾ ਲਓ। ਐਕਸਪਾਇਰੀ ਡੇਟ ਨਹੀਂ ਹੈਗੀ ਕਿ ਉਹ ਇੰਨੀ ਜ਼ਿਆਦਾ ਤਗੜੀ ਹੋ ਜਾਂਦੀ ਆ, ਉਹਨਾਂ ਤੁਹਾਨੂੰ ਡਰਮ ਦੇ ਵਿੱਚ, ਉਹਦੇ ਢੋਲੀ ਦੇ ਵਿੱਚ ਘੱਟ ਪਾਉਣੀ ਪੈਂਦੀ। ਕਿੱਥੇ 2 ਲੀਟਰ ਪਾਉਣੀ ਆ, ਉੱਥੇ ਤੁਹਾਨੂੰ 1 ਲੀਟਰ ਜਾਂ ਅੱਧਾ ਲੀਟਰ ਨਾਲ ਸਰ ਜੂਗਾ, ਉਹ ਇੰਨੀ ਤਗੜੀ ਹੋ ਜਾਂਦੀ। ਦੂਜੀ ਗੱਲ, ਇਹ ਕੁਛ ਵੀ ਚੀਜ਼ਾਂ ਜਿਹੜੀਆਂ ਸਪਰੇਅ ਕਰਨੀ, ਇਹਦੇ ਵਿੱਚ ਇਹ ਧਿਆਨ ਰੱਖਣਾ ਹੈਗਾ ਵੀ ਇਹ ਨਹੀਂ ਕਰਨਾ ਜਿਹੜਾ ਬੂਟਾ ਮਾੜਾ ਹੈਗਾ ਉਹਨੂੰ ਫੁਹਾਰਾ ਲੈ ਕੇ ਖੜ ਜਾਓ, ਉਹ ਬੂਟਾ ਖਤਮ। ਖੱਟੀ ਲੱਸੀ ਇੰਨੀ ਤਗੜੀ ਹੁੰਦੀ ਹੈ, ਘਾਹ ਦੇ ਉੱਤੇ ਸਪਰੇਅ ਕਰੋਗੇ ਨਾ, ਜਿੱਥੇ ਜ਼ਿਆਦਾ ਕਰਤੀ ਘਾਹ ਸੜ ਜਾਣਾ ਉੱਥੇ। ਸੋ ਇਹ ਚੀਜ਼ ਦਾ ਧਿਆਨ ਰੱਖਣਾ ਹਮੇਸ਼ਾ ਵੀ ਉਹਨੂੰ ਲੋੜ ਨਾਲ ਵੱਧ ਖੁਰਾਕ ਨਹੀਂ ਦੇਣੀ। ਆਪੇ ਉਹਨੇ ਤਾਂ ਜਿਹੜਾ ਆਪ ਹੀ ਮਰਿਆ ਪਿਆ, ਉਹਨੇ ਤਾਂ ਥੋੜੀ ਜਿਹੀ ਖੁਰਾਕ ਨਾਲ ਵੀ ਜ਼ਿਆਦਾ ਵਧੀਆ ਸਿਹਤਮੰਦ ਹੋ ਜਾਣਾ। ਨਦੀਨਨਾਸ਼ਕ ਜੀ ਅਸੀਂ ਬਹੁਤ ਚੀਜ਼ਾਂ ਯੂਜ਼ ਕਰਕੇ ਦੇਖੀਆਂ। ਇੱਕ ਵਾਰ ਕਹਿੰਦੇ ਸੀ ਵੀ ਜਿਹੜਾ ਤੁਸੀਂ ਹਲਦੀ ਹੁੰਦੀ ਹੈ, ਕੱਚੀ ਹਲਦੀ, ਉਹਨੂੰ ਕੁੱਟ ਕੇ ਉਬਾਲ ਲਓ, ਉਹਨੂੰ ਸਪਰੇਅ ਕਰੋਗੇ ਤਾਂ ਨਦੀਨ ਨਹੀਂ ਹੁੰਦੇ, ਪਰ ਰੋਕਿਆ ਨਹੀਂ ਕਦੀ। ਦੂਜੀ ਗੱਲ ਇਹ ਹੈ ਵੀ ਨਦੀਨਨਾਸ਼ਕ ਤੁਸੀਂ ਕਿੱਥੇ ਵਰਤੋਗੇ। ਆਪਾਂ ਨਦੀਨਨਾਸ਼ਕ ਆਮ ਤੌਰ ਤੇ ਵਰਤੇ ਹੈਗੇ ਫਸਲ ਦੀ ਬਿਜਾਈ ਤੋਂ ਬਾਅਦ। ਜੇ ਆਪਾਂ ਫਸਲ ਦੀ ਬਿਜਾਈ ਤੋਂ ਬਾਅਦ ਵਰਤਾਂਗੇ ਇਹਨੂੰ, ਐਜ਼ ਅ ਨਦੀਨਨਾਸ਼ਕ ਜ਼ਿਆਦਾ ਸਟਰੋਂਗ ਕਰਕੇ, ਤਾਂ ਇਹਨੇ ਫਸਲ ਵੀ ਸਾੜ ਦੇਣੀ ਹੈ। ਸੋ ਇਸ ਕਰਕੇ ਲੋੜ ਨਹੀਂ। ਮੈਂ ਤੁਹਾਨੂੰ ਕਿਹਾ ਬਾਹਲੇ ਤਜਰਬੇ ਨਾ ਕਰੋ, ਬਹੁਤ ਸੌਖੇ ਚੀਜ਼ਾਂ ਦੱਸੀਆਂ ਨੇ। ਜਿੰਨੀਆਂ ਗੱਲਾਂ 'ਚ ਵੜੀ ਜਾਵਾਂਗੇ ਉਨਾ ਹੀ ਆਪਾਂ ਨੁਕਸਾਨ ਜ਼ਿਆਦਾ ਹੋਊਗਾ ਤੇ ਮਿਹਨਤ ਜ਼ਿਆਦਾ ਹੋਊਗੀ। ਫਿਰ ਕੀ ਹੁੰਦਾ, ਫਿਰ ਅਗਲਾ ਕਹਿੰਦਾ ਵੀ ਆਹ ਖੇਤੀ ਕੰਮ ਨਹੀਂ ਹੈਗੀ, ਛੱਡੋ ਪਰਾਂ ਇਹਨੂੰ। ਜਿਹੜੀ ਬੈਂਗਣਾਂ ਦੇ ਉੱਤੇ ਸੁੰਡੀ ਹੈਗੀ ਹੈ ਜੀ, ਅਸਲ ਦੇ ਵਿੱਚ ਸਭ ਤੋਂ ਵੱਧ ਜਿਹੜੇ ਸਪਰੇਆਂ ਹੁੰਦੀਆਂ ਬੈਂਗਣ ਦੀ ਫਸਲ ਦੇ ਉੱਤੇ ਹੁੰਦੀਆਂ ਨੇ। ਇਹ ਤਾਂ ਜੇ ਮੈਂ ਤੁਹਾਨੂੰ ਸਹੀ ਗੱਲ ਦੱਸਾਂ, ਕੋਈ ਹੱਲ ਨਹੀਂ ਹੈਗਾ। ਆ 2-3 ਕਮੀਆਂ ਜ਼ਰੂਰ ਹੈਗੀਆਂ ਨੇ ਆਪਾਂ ਨੂੰ। ਇਹ ਤਾਂ ਜਿਹੜੇ ਸਪਰੇਆਂ ਕਰਦੇ ਉਹਨਾਂ ਕੋਲ ਵੀ ਕੋਈ ਹੱਲ ਨਹੀਂ, ਸਾਰਿਆਂ ਨੇ ਵਰਤ ਕੇ ਦੇਖ ਲਏ। ਸੋ ਇਹਦਾ ਸਭ ਤੋਂ ਵਧੀਆ ਹੱਲ ਇਹੀ ਹੁੰਦਾ ਵੀ 2-3 ਫਸਲਾਂ ਰਲਾ ਕੇ ਇੱਦਾਂ ਦੀਆਂ ਲਾਓ ਵੀ ਜਿਹੜੇ ਕੀੜੇ ਹੁੰਦੇ ਨੇ ਉਹਦੇ ਤੇ ਜਾਣ, ਸਾਰੀਆਂ ਸੁੰਡੀਆਂ ਵਗੈਰਾ ਉੱਤੇ ਜਾਣ। ਜਿਹੜੇ ਫਰੂਟ ਫਰਾਈ ਲੈਫ ਨੇ ਮਿਲ ਜਾਂਦੇ ਨੇ ਉਹ ਵੀ ਲਾਓ, ਪਰ ਸ਼ੁਰੂ ਚ ਲਾਉਣੇ ਪੈਂਦੇ ਨੇ। ਇਹ ਨਹੀਂ ਹੁੰਦਾ ਵੀ ਜਦੋਂ ਤੁਹਾਡੇ ਅਟੈਕ ਹੋ ਗਿਆ ਉਦੋਂ ਲਾਓਗੇ ਫਿਰ ਕੁਝ ਨਹੀਂ ਹੋਣਾ। ਸੋ ਇਸੇ ਕਰਕੇ ਮੈਂ ਤੁਹਾਨੂੰ ਦੱਸਿਆ ਨਾ ਵੀ ਜਿਹੜੇ ਨਦੀਨਾਂ ਦੀ ਤੁਸੀਂ ਗੱਲ ਕਰ ਰਹੇ ਹੋ, ਜਿਹੜੀਆਂ ਬਿਮਾਰੀਆਂ ਦੀ ਗੱਲ ਕਰ ਰਹੇ ਹੋ, ਇਹਦਾ ਹੱਲ ਤਾਂ ਹੋਣਾ ਤੁਹਾਡੀ ਜ਼ਮੀਨ ਸਿਹਤਮੰਦ ਤੇ ਬੀਜ ਸਿਹਤਮੰਦ ਹੋਵੇ ਤਾਂ ਹੋਣਾ। ਚੂਹਿਆਂ ਦੀ ਸਮੱਸਿਆ ਉੱਥੇ ਆਉਂਦੀ ਹੈਗੀ ਜਿੱਥੇ ਆਪਾਂ ਘੱਟ ਵਾਹੀ ਕਰਦੇ ਹਾਂ, ਉਹ ਤਾਂ ਜ਼ਰੂਰ ਆਉਂਦੀ ਹੈਗੀ ਆ। ਪਰ ਤੁਸੀਂ ਇੱਕ ਚੀਜ਼ ਦੇਖੀ ਹੋਣੀ ਵੀ ਚੂਹੇ ਜਿੱਥੇ ਆਪਾਂ ਵਾਹ ਵਾਹੀ ਵੀ ਕਰਦੇ ਹਾਂ ਉਹ ਤਾਂ ਵੱਟਾਂ ਦੇ ਉੱਤੇ ਹੋ ਜਾਂਦੇ ਨੇ। ਚੂਹੇ ਮਰਦੇ ਤਾਂ ਹੈ ਨਹੀਂ। ਚੂਹੇ ਕੀ ਦੁਨੀਆ ਦੀ ਜਿਹੜੀ ਮਰਜ਼ੀ ਚੀਜ਼ ਦੀ ਆਪਾਂ ਸਪਰੇਅ ਕਰ ਲਈਏ, ਕੋਈ ਨਹੀਂ ਮਰੀ ਅੱਜ ਤੱਕ। ਇੰਨੇ ਸਦੀਆਂ ਹੋ ਗਈਆਂ ਆਪਾਂ ਨੂੰ ਸਪਰੇਆਂ ਕਰਦਿਆਂ ਨੂੰ, ਕੁਛ ਨਹੀਂ ਮਰਦਾ ਹੈਗਾ। ਉਹਦਾ ਥੋੜਾ ਜਿਹਾ ਇੱਕ ਤਰੀਕਾ ਇਹ ਹੈ ਵੀ ਜੇ ਆਪਾਂ ਨੂੰ ਕੁਦਰਤ ਦੀ ਗੱਲ ਕਰ ਰਹੇ ਹੈਗੇ ਤਾਂ ਥੋੜ੍ਹੀਆਂ ਝਾੜੀਆਂ ਲਾਓ ਤਾਂ ਕਿ ਬਿੱਲੀਆਂ ਵੜਨ ਉੱਥੇ। ਦੂਜੇ ਉੱਲੂ, ਉਹਨਾਂ ਦੇ ਟੀ ਵਗੈਰਾ ਮਿਲ ਜਾਂਦੀ ਹੈਗੀ, ਯੂਨੀਵਰਸਿਟੀ ਮਿਲ ਜਾਂਦੀ ਹੈਗੀ। ਜੇ ਤੁਸੀਂ ਉਹਨਾਂ ਨੂੰ ਜਿਉਣ ਦਾ ਮੌਕਾ ਦਿਓ, ਦਰਖਤ ਲਾਓ, ਝਾੜੀਆਂ ਲਾਓ, ਉਹਦੇ 'ਚ ਬਿੱਲੀਆਂ ਪਲਣ ਤੇ ਉੱਲੂ ਜਿੰਨੇ ਹੋਣਗੇ ਉਹਨਾਂ ਨੇ ਕੁਦਰਤੀ ਤੌਰ ਤੇ ਹੀ ਹੱਲ ਕਰਨਾ। ਹੁਣ ਸਾਡੇ ਘਰੇ ਮੈਨੂੰ ਯਾਦ ਹੈ ਇੱਕ ਟਾਈਮ ਤੇ ਇੰਨਾ ਹੋ ਗਏ ਸੀ ਚੂਹੇ ਆ ਗਏ ਵੀ ਸਾਡੀਆਂ ਜਿਹੜੇ ਕਾਰ ਹੁੰਦੀ ਇਹਦੇ ਤਾਰਾਂ ਕੱਟ ਜਾਣੀਆਂ, ਕਦੇ ਕੁਛ ਕਰਨੀ ਹੈ। ਅਸੀਂ ਉਹ ਕੇਕ ਜੇ ਮਿਲਦੇ ਹੁੰਦੇ ਮੋਰਟੀਨ ਵਾਲੇ, ਉਹ ਰੱਖਣੇ ਹੈ ਨਾ, ਪਿੰਜਰੇ ਲਾ ਕੇ ਰੱਖਣੇ, ਕੋਈ ਹੱਲ ਨਹੀਂ ਹੋਇਆ। ਫਿਰ ਕੁਦਰਤੀ ਤੌਰ ਤੇ ਨਾ ਸਾਡੇ ਕੁੱਤੇ ਵੀ ਬਹੁਤ ਰੱਖੇ ਹੁੰਦੇ। ਸਾਡਾ ਫਾਰਮ ਹਾਊਸ ਆ, ਮਤਲਬ ਖੇਤਾਂ ਦੇ ਵਿੱਚ ਹੀ ਘਰ ਹੈਗਾ। ਉਹ ਕੁੱਤੇ ਇੱਕ ਵਾਰ 2-3 ਇਕੱਠੇ ਹੀ ਮਰ ਗਏ। ਉਹ ਮਰੇ ਤਾਂ ਬਿੱਲੀਆਂ ਬਹੁਤ ਪੈਦਾ ਹੋ ਗਈਆਂ। ਮੁੜ ਕੇ ਸਾਡੇ ਘਰ ਦੇ ਵਿੱਚ ਤਾਂ ਕੀ, ਖੇਤਾਂ 'ਚ ਵੀ ਕੋਈ ਚੂਹਾ ਨਹੀਂ ਹੈਗਾ। ਸੋ ਇਹੀ ਇੱਕ ਸਭ ਤੋਂ ਵਧੀਆ, ਕੁਦਰਤ ਨੇ ਬਹੁਤ ਵਧੀਆ ਹੱਲ ਦਿੱਤੇ ਹੋਏ ਨੇ। ਆਪਾਂ ਜੇ ਕੋਸ਼ਿਸ਼ ਕਰੀਏ ਉਹਨਾਂ ਥੋੜਾ ਕੁਦਰਤ ਨਾਲ ਰਹੀਏ। ਉਹ ਕੁਦਰਤ ਦਿੰਦੀ ਹੈ ਉੱਤੋਂ ਫਸਲ ਨੁਕਸਾਨ ਤਾਂ ਹੁੰਦਾ। ਝੋਨੇ ਨੂੰ ਬਹੁਤ ਕੁਦਰਤੀ ਹੈ ਉੱਤੋਂ, ਖਾਸ ਕਰਕੇ ਨਵਾਂ ਲੱਗਿਆ ਹੁੰਦਾ। ਉਹ ਤਾਂ ਗਲ ਜਾਂਦੀ ਹੈ ਪਰਾਲੀ। ਹਾਂ, ਜਿਹੜੀ ਜ਼ਮੀਨ ਦੇ ਨਾਲ ਲੱਗ ਗਈ ਨਾ ਪਰਾਲੀ, ਉਹ ਗਲ ਜਾਂਦੀ ਹੈ। ਦੂਜੀ ਗੱਲ, ਤੁਸੀਂ ਜਿਹੜਾ ਆਪਣਾ ਵੇਸਟ ਡੀਕੰਪੋਜ਼ਰ ਹੈਗਾ ਨਾ, ਪਾਣੀ ਨਾਲ ਉਹ ਲਾ ਦਿਓ, ਉਹਦੇ ਨਾਲ ਹੋਰ ਛੇਤੀ ਗਲ ਜਾਏਗੀ। ਹਾਂਜੀ, ਨਹੀਂ ਜੀ, ਇਹਦੇ 'ਚ ਮੇਰਾ ਨੰਬਰ ਨਹੀਂ ਹੈਗਾ। ਇਹ ਤਾਂ ਇਹਨਾਂ ਦਾ ਹੈਗਾ ਆਪਣਾ, ਤਾਂ ਮੈਂ ਤੁਹਾਨੂੰ ਨੰਬਰ ਵੀ ਦੇ ਦੂੰਗਾ, ਕੋਈ ਗੱਲ ਨਹੀਂ ਜੇ ਲੋੜ ਪਈ ਤਾਂ।
ਦੇਖੋ ਜਦੋਂ ਹੌਲੀ ਹੌਲੀ ਤੁਸੀਂ ਤਜਰਬਾ ਕਰੋਗੇ ਨਾ, ਬਸ ਇੱਕੋ ਗੱਲ ਦਾ ਧਿਆਨ ਰੱਖਿਓ ਵੀ ਥੋੜੇ ਏਰੀਆ 'ਚ ਕਰੋ। ਕਦੀ ਵੀ ਇਹ ਨਾ ਸੋਚੋ ਵੀ ਮੈਂ ਅੱਜ ਐਤਕੀ ਜਾਂਦਾ ਹੀ ਹੁਣ ਸਾਰੀ ਫਸਲ ਐਂ ਬੀਜ ਦੂੰਗਾ। ਜਿਹੜਾ ਕੰਮ ਤੁਸੀਂ ਇੰਨੇ ਸਾਲਾਂ ਤੋਂ ਕਰ ਰਹੇ ਇੱਕਦਮ ਨਾ ਬਦਲਿਆ ਕਰੋ। ਦੂਜੀ ਗੱਲ, ਜਦੋਂ ਤੁਸੀਂ ਖਾਦਾਂ ਖੂਦਾਂ ਘਟਾਓਗੇ ਆਪਣੇ ਪਾਣੀ ਦੀ ਲੋੜ ਵੀ ਘਟ ਜੂ, ਵਾਤਾਵਰਨ ਵੀ ਬਚੂਗਾ, ਸਭ ਕੁਝ ਹੀ ਬਚੂਗਾ। ਸੋ ਇਹ ਤਾਂ ਆਪਾਂ ਦੇਖਣਾ ਹੈਗਾ। ਮੈਂ ਤੁਹਾਨੂੰ ਦੱਸਿਆ ਵੀ ਡਰ ਕੇ ਨਾ ਕਰੋ, ਸ਼ੌਕ ਨਾਲ ਖੇਤੀ ਕਰਿਓ। ਦਿਲੋਂ ਘੱਟ ਦਿਮਾਗ ਤੋਂ ਵੱਧ ਵਰਤੋਂਗੇ ਤਾਂ ਮੁਨਾਫਾ ਹੋਊਗਾ। ਇਹ ਗੱਲ ਯਾਦ ਰੱਖਿਓ ਵੀ ਆਪਾਂ ਦਿਮਾਗ ਨਾਲ ਖੇਤੀ ਕਰਨੀ ਹੈਗੀ ਆ। ਮੰਡੀਕਰਨ ਆਪ ਕਰਨਾ ਹੈਗਾ, ਪਹਿਲੀ ਗੱਲ ਇਹ। ਬਾਕੀ ਇੱਥੇ ਹੁਣ ਆਤਮਾ ਵਾਲੇ ਵੀ ਬੈਠੇ ਹੈਗੇ, ਵੀ ਕਾਫੀ ਇਸ ਵਿੱਚ ਕਰ ਰਹੇ ਹੈਗੇ, ਤਾਂ ਉਹਨਾਂ ਨੂੰ ਵੀ ਆਪਾਂ ਟਾਈਮ ਦਈਏ ਥੋੜਾ ਜਿਹਾ। ਉਹ ਵੀ ਤੁਹਾਨੂੰ ਦੱਸਣ ਵੀ ਮੰਡੀਕਰਨ ਦੇ ਵਿੱਚ ਕਿਵੇਂ ਸਹਾਇਕ ਕਰਦੇ, ਖੇਤਾਂ ਦੇ ਕਿਵੇਂ ਕਿਸਾਨਾਂ ਦੀ ਮਦਦ ਕਰਦੇ। ਸੋ ਉਹਨਾਂ ਦੇ ਵੀ ਸੁਣੀਏ। ਮੈਂ ਇੱਥੇ ਹੀ ਹਾਂ। ਨੰਬਰ ਮੇਰਾ ਲਿਖ ਲਓ ਜੀ 8722। ਨਹੀਂ ਡਾਕਟਰ ਨਹੀਂ ਜੀ, ਮੈਂ ਕਿਸਾਨ ਹੀ ਹਾਂ। ਉਹ ਫਿਰ ਨਾ ਬੋਲੀ ਦਾ ਫਰਕ ਹੋ ਜਾਂਦਾ ਥੋੜਾ ਜਿਹਾ। 8722 ਜੀ, 5 0 ਨੇ ਜੀ, ਇਸ ਤੋਂ ਬਾਅਦ ਫਿਰ 1। ਹਾਂਜੀ, ਮੇਰਾ ਲੁਧਿਆਣਾ ਜੀ, ਮਨਪ੍ਰੀਤ ਸਿੰਘ ਗਰੇਵਾਲਾ, ਲੁਧਿਆਣਾ। ਮੇਰਾ ਪਿੰਡ ਹੈਗਾ ਜੀ ਇੱਥੇ ਰਾਹੋਂ ਰੋਡ ਤੇ, ਢੇਰੀ ਪਿੰਡ ਹੈ ਜੀ, ਰਾਹੋਂ ਰੋਡ ਤੇ। ਬਿਲਕੁਲ ਹੀ ਦਰਿਆ ਦੇ ਉੱਤੇ ਹੀ ਪੈ ਜਾਂਦਾ ਜੀ। ਜਦੋਂ ਆਪਾਂ ਜਿਵੇਂ ਇੱਧਰ ਫਲੋਰ ਵਾਲਾ ਔੜ ਨਹੀਂ ਹੈਗਾ, ਉਹਦੇ ਬਿਲਕੁਲ ਸਾਹਮਣੇ ਬੇਟ ਦੇ ਇਲਾਕੇ 'ਚ, ਮਤਲਬ 1 ਕਿਲੋਮੀਟਰ ਦਰਿਆ ਸਾਡਾ। ਨਹੀਂ ਜ਼ਿਲ੍ਹਾ ਲੁਧਿਆਣਾ ਹੀ ਪੈਂਦਾ ਜੀ ਇਹ। ਰਾਹੋਂ ਰੋਡ ਅਸਲ 'ਚ ਉੱਥੋਂ ਸ਼ੁਰੂ ਹੁੰਦੀ ਆ, ਲੁਧਿਆਣੇ ਦੇ ਵਿੱਚੋਂ ਸ਼ੁਰੂ ਹੁੰਦੀ ਆ। ਮੇਰੇ ਕੋਲ ਜੀ ਐਗਰੋ ਫੋਰੈਸਟਰੀ ਵੀ ਹੈਗੀ ਆ, ਪਾਪੂਲਰ ਬਹੁਤ ਲੱਗੇ ਹੋਏ ਨੇ। ਉਸ ਤੋਂ ਇਲਾਵਾ ਕਣਕ ਹੁੰਦਾ, ਬਾਸਮਤੀ ਹੋ ਗਈ, ਸਰੋਂ ਹੋ ਗਈ, ਹਲਦੀ ਹੈਗੀ ਆ। ਕਣਕ ਦੀ ਕਰਦੇ, ਕਣਕ ਦੀ ਹੁੰਦੀ ਹੈ, ਹਲਦੀ ਦੀ ਹੋ ਜਾਂਦੀ ਹੈ, ਸਾਰਾ ਕੁਝ ਹੋ ਜਾਂਦਾ। ਸਿਰਫ ਗਰਮੀਆਂ ਦੀਆਂ ਕੋਈ ਵੀ ਆਪਾਂ ਸੌਣੀ ਵਾਲੀ ਲਈਏ ਕੋਈ ਫਸਲ ਨਹੀਂ ਹੁੰਦੀ, ਬਾਕੀ ਤਾਂ ਸਾਰੀਆਂ ਹੋ ਜਾਂਦੀਆਂ ਨੇ। ਅਸੀਂ ਥੋੜਾ ਜਿਹਾ ਪਾਪੂਲਰ ਦਾ ਨਾ ਫਾਸਲਾ ਇਸ ਤਰ੍ਹਾਂ ਕੀਤਾ ਹੋਇਆ। ਬਾਕੀ ਚਲੋ ਆਪਾਂ ਮੌਕਾ ਦਿੰਦੇ ਹਾਂ, ਫਿਰ ਪਰਸਨਲ ਗੱਲ ਕਰਦੇ।